मैं तो ये हैरान हाँ भी 306 के परचे के बावजूद प्यो नूं, मां नूं, भरा नूं, भैन नूं क्यों नहीं अरैसट किया गया। 3 महीने 1 दिन वाले दिन वो अपने स्पाउस नूं, कुड़ी होवे या मुंडा होवे, उस स्पाउस नूं बुला सकता है। देखो जे सरकार चाहे तो हफ्ता बहुत है, नीत होवे इन्हां दी डिपोर्ट कराउण दी। दिल्ली ने कैनेडा नूं लिखना है तो कैनेडा पुलिस ने उत्थों घरों जाके चक लियानी है तो हथकड़ियाँ ला के इंडिया भेज देनी है विद पुलिस। वो तो ईवन स्टूडेंट सी तां भी सद सकती सी, मैनेजर बनना या जूनीयर बनना या कुछ भी बनना वो जरूरी नहीं है। ਇਹੋ ਜਿਹੇ ਮਸਲਿਆਂ 'ਚ ਪਹਿਲਾਂ ਪਰਚਾ ਦਰਜ ਕਰੋ, ਬੰਦਾ ਚੁੱਕ ਕੇ ਅੰਦਰ ਦਿਓ, ਇਨਵੈਸਟੀਗੇਸ਼ਨ ਬਾਅਦ ਚੋਂ ਕਰੋ। ਹੋਰ ਪੁਲਿਸ ਮਤਲਬ ਕਿਹੜਾ ਛਣਕਣਾ ਲੱਭਦੀ ਪਈ ਹੈ। ਰੈੱਡ ਜ਼ੋਨ, ਰੈੱਡ ਕਾਰਡ, ਇੰਟਰਪੋਲ ਸਵਾਹ ਪਤਾ ਹੋਏਗਾ ਉਹਨਾਂ ਨੂੰ। ਚੰਗਾ ਜੀ ਸੋਹਣਾ ਮੁੰਡਾ ਕਿਸੇ ਦਾ ਮਾਂ ਦਾ ਪੁੱਤ ਮਾਰਦਾ ਚੱਡਣੇ। ਜੇ ਤੁਸੀਂ ਪੈਸੇ ਇਕੱਠੇ ਕਰਨੇ ਤਾਂ ਕਿਸੇ ਕੋਠੇ ਤੇ ਜਾ ਕੇ ਬਹਿ ਜਾਓ। ਅੱਜ ਵੀ ਇਹੋ ਹੀ ਕਰਨ ਦੇ ਜੇ ਕੈਨੇਡਾ ਦੇ ਨਾਂ ਤੋਂ, ਹੋਰ ਕੀ ਕਰਦੇ ਪਏ ਨੇ ਮਾਂ ਪਿਓ। ਤੁਹਾਨੂੰ ਯੂਜ਼ਰ ਨੇਮ ਪਾਸਵਰਡ ਦਿੰਦੀ ਹੈ ਕਿ ਤੁਸੀਂ ਆਪਣਾ ਸਟੇਟਸ ਵੇਖਦੇ ਰਹੋ ਕਿ ਤੁਹਾਡੀ 0 ਤੋਂ ਲੈ ਕੇ 10 ਤੱਕ ਫਾਈਲ ਪਹੁੰਚਣੀ ਸੀ। 1 ਤੇ ਹੈ, 2 ਤੇ ਹੈ, 3 ਤੇ ਹੈ, 4 ਤੇ ਹੈ, ਤੇ ਜਿਹਨੇ ਅਪਲਾਈ ਨਹੀਂ ਕੀਤੀ ਉਹ ਸਟੇਟਸ ਕੀ ਦੇਵੇ। ਸੋ ਜਦੋਂ ਆਪਾਂ ਇਹੋ ਜਿਹੀਆਂ ਬੇਵਕੂਫੀਆਂ ਕਰਦੇ ਹਾਂ ਜਾਣ ਕੇ ਕਿ ਸਾਡਾ ਇਹ ਮੁੰਡਾ ਆ ਨਾ ਸਕੇ ਜਾਂ ਸਾਡਾ ਸਪਾਊਸ ਆ ਨਾ ਸਕੇ, ਉਦੋਂ ਇਹ ਪਾਪ ਹੁੰਦੇ ਨੇ। ਤੁਸੀਂ ਕਹਿੰਦੇ ਹੋ ਕਾਨੂੰਨ ਸੈਂਟਰ ਗਵਰਨਮੈਂਟ ਨੇ ਬਣਾਉਣਾ ਹੈ, ਇਹ ਗੱਲ ਗਲਤ ਹੈ। ਕਾਨੂੰਨ ਪੰਜਾਬ ਸਰਕਾਰ ਵੀ ਬਣਾ ਸਕਦੀ ਹੈ। ਸਾਰੀਆਂ ਅਖਬਾਰਾਂ 'ਚ ਇੰਨੇ ਬੈਂਡ ਲਈ ਕੁੜੀ ਜਾਂ ਮੁੰਡੇ ਲਈ ਵਰਦੀ ਜਾਂ ਵਧੂ ਦੀ ਲੋੜ ਹੈ, ਉਹਦੇ ਤੇ ਸਭ ਤੋਂ ਪਹਿਲਾਂ ਬੈਨ ਲਾਓ। ਜਿਹੜਾ ਹਾਲੇ ਵੀ ਐਡ ਦਿੰਦਾ ਉਹਦੇ ਤੇ ਪਰਚਾ ਕਰੋ। ਕਿਉਂ ਬਖਸ਼ਣਾ ਹੈ? ਸਾਡੇ ਮੁੰਡੇ ਮਰਦੇ ਪਏ ਨੇ ਤੇ ਇਹ ਲੋਕ ਉੱਥੇ ਕੈਨੇਡਾ ਜਾ ਕੇ ਮਤਲਬ ਠੰਡੀਆਂ ਹਵਾਵਾਂ ਖਾ ਲੈਣ, ਕਿੱਦਾਂ ਖਾਣ ਦਿਆਂਗੇ। ਮੇਰੇ ਮੁਤਾਬਕ ਨਵੇਂ ਲਾਅ ਦੀ ਲੋੜ ਨਹੀਂ ਹੈ। ਲਾਅ ਆਲਰੇਡੀ ਐਗਜ਼ਿਸਟ ਕਰਦਾ, ਸਿਰਫ ਉਹਦੇ ਤੇ ਰੋਕ ਤੇ ਉਹਦੇ ਤੇ ਵਿਜੀਲੈਂਟ ਹੋਣ ਦੀ ਲੋੜ ਹੈ। ਕਲਾਇੰਟ ਨੂੰ ਫੋਨ ਕਰੋ ਨਾ, ਮਤਲਬ ਜਿਹਦੇ ਖਿਲਾਫ ਦਰਖਾਸਤ ਹੈ ਉਹਦਾ ਫੋਨ ਬੰਦ ਹੁੰਦਿਆਂ ਸਰ ਮੈਂ ਪ੍ਰਧਾਨ ਬੋਲਦਾ ਜੀ, ਮੈਂ ਚੇਅਰਮੈਨ ਬੋਲਦਾ ਜੀ, ਮੈਂ ਸਰਪੰਚ ਬੋਲਦਾ ਜੀ। ਇਹ ਵੀ ਵਿਕਾਊ ਹੋਏ ਪਏ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੌੜਾ। ਅੱਜ ਬਰਨਾਲਾ ਦੇ ਨੇੜਲੇ ਪਿੰਡ ਧਨੌਲਾ ਦੇ ਵਿੱਚ ਇਸ ਵੇਲੇ ਮੌਜੂਦ ਹਾਂ। ਲਵਪ੍ਰੀਤ ਤੇ ਬੇਅੰਤ ਕੌਰ ਦਾ ਜਿਹੜਾ ਮਾਮਲਾ ਹੈ ਉਹਨੂੰ ਲੈ ਕੇ ਅੱਜ ਮਨੀਸ਼ਾ ਗੁਲਾਟੀ ਜੀ ਇੱਥੇ ਪਹੁੰਚੇ ਸੀ ਤੇ ਨਾਲ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ ਸੁਨੀਲ ਮੱਲਨ ਜੀ ਉਹ ਵੀ ਪਹੁੰਚੇ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਇਸ ਪੂਰੇ ਮਸਲੇ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ। ਜਿੱਥੇ ਕੁੜੀ ਆਪਣੀਆਂ ਦਲੀਲਾਂ ਦੇ ਰਹੀ ਹੈ, ਮੁੰਡੇ ਵਾਲੇ ਆਪਣੀਆਂ ਦਲੀਲਾਂ ਦੇ ਰਹੀਆਂ, ਉਹਨਾਂ ਨੂੰ ਸਮਝਣ ਦੀ ਅੱਜ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਤੁਸੀਂ ਲਵਪ੍ਰੀਤ ਤੇ ਬੇਅੰਤ ਦਾ ਪੂਰਾ ਮਸਲਾ ਜਿਹੜਾ ਹੈ ਉਹ ਸੁਣਿਆ ਹੋਵੇਗਾ। ਸਾਰੇ ਜਿਹੜੇ ਸਬੂਤ ਨੇ, ਵੀਡੀਓ ਕਾਲਸ ਨੇ, ਰਿਕਾਰਡਿੰਗਸ ਨੇ, ਜਿਹੜੀ ਕਾਲ ਡਿਟੇਲਸ ਨੇ ਉਹ ਸਾਰੀਆਂ ਵੀ ਦੇਖੀਆਂ ਹੋਣਗੀਆਂ। ਸਮਝ ਕੀ ਆਉਂਦਾ ਤੁਹਾਨੂੰ ਇਸ ਪੂਰੇ ਮਾਮਲੇ? ਦੇਖੋ ਬੜਾ ਕਲੀਅਰ ਕੱਟ ਸ਼ਬਦ ਹੈ। ਲੜਕੀ ਨੂੰ ਗਿਆ ਸਾਲ ਤੋਂ ਜ਼ਿਆਦਾ ਹੋ ਗਿਆ, ਆਪਾਂ ਸਾਲ ਮੰਨ ਲਈਏ। ਕੈਨੇਡਾ ਦਾ ਲਾਅ ਹੈ ਕਿ ਜੇ ਲੜਕੀ ਗਈ ਨੂੰ 3 ਮਹੀਨੇ ਹੋਏ ਨੇ ਉਹਦਾ ਪਹਿਲਾ ਸੋਸ਼ਲ ਕਾਰਡ ਬਣ ਜਾਂਦਾ। 3 ਮਹੀਨੇ 1 ਦਿਨ ਵਾਲੇ ਦਿਨ ਉਹ ਆਪਣੇ ਸਪਾਊਸ ਨੂੰ, ਕੁੜੀ ਹੋਵੇ ਜਾਂ ਮੁੰਡਾ ਹੋਵੇ, ਉਹ ਸਪਾਊਸ ਨੂੰ ਬੁਲਾ ਸਕਦਾ। ਤੇ ਲੜਕੀ ਨੇ ਲਗਭਗ ਪਿਛਲੇ 3 ਸਾਲਾਂ 'ਚ ਇਹਨੂੰ ਬੁਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪੈਸੇ ਸਾਰੇ ਇੱਧਰੋਂ ਲਵਪ੍ਰੀਤ ਦੇ ਪਰਿਵਾਰ ਨੇ ਭੇਜੇ ਨੇ, ਉਹਦੇ ਪ੍ਰੂਫ ਅਵੇਲੇਬਲ ਨੇ, ਚੈਟ ਅਵੇਲੇਬਲ ਹੈ। ਉਹ ਕਹਿੰਦਾ ਪਿਆ ਤੂੰ ਮੇਰੇ ਨਾਲ ਗੱਲ ਕਰ, ਉਹ ਕਹਿੰਦੀ ਵੀ ਮੈਂ ਕੰਮ 'ਤੇ ਆ, ਕਹਿੰਦਾ ਵੀ ਸਵੇਰ ਦੇ 5 ਵਜੇ ਨੇ ਤੂੰ ਉੱਧਰ ਦੇ। ਉਹ ਇਸ ਵੇਲੇ ਕਿਹੜੇ ਕੰਮ 'ਤੇ ਆ? ਝੂਠੋ ਝੂਠ। ਸੋ ਐਸਾ ਇੱਕ ਸਿਨੈਰੀਓ ਕ੍ਰੀਏਟ ਕੀਤਾ ਗਿਆ ਜਿਹਦੇ 'ਚ ਨੀਅਤ ਖਰਾਬ ਉਸ ਲੜਕੀ ਦੀ ਔਰ ਉਹਦੇ ਪਰਿਵਾਰ ਦੀ। ਇਹਨਾਂ ਦਾ ਪਰਿਵਾਰ ਆਪਸ 'ਚ ਰਿਸ਼ਤੇਦਾਰੀ 'ਚ ਹੈ, ਨੇੜੇ ਤੇੜੇ ਆਪਸ 'ਚ ਜਾਣਦੇ ਨੇ ਇੱਕ ਦੂਜੇ ਨੂੰ, ਉਸ ਦੂਜੇ ਪਰਿਵਾਰ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ। ਔਰ ਉਸ ਪਰਿਵਾਰ ਦੇ ਪਿਓ ਨੇ, ਉਸ ਲੜਕੀ ਦੇ ਪਿਓ ਨੇ ਬਰਾਬਰ ਦਾ ਕਸੂਰਵਾਰ ਲੱਗਦਾ ਮੈਨੂੰ। ਉਹਦੀ ਮਾਂ ਬਰਾਬਰ ਦੀ ਕਸੂਰਵਾਰ ਹੈ, ਜਿਹੜਾ ਉਹਦਾ ਛੋਟਾ ਭਾਈ ਹੈ, ਜਿਹੜਾ ਇਹਨਾਂ ਨੂੰ ਆਪਣੀ ਕੁੜੀ ਨੂੰ ਬਚਾਉਣ ਦੇ ਚੱਕਰਾਂ 'ਚ ਝੂਠ ਬੋਲ ਰਿਹਾ। ਪਰ ਪ੍ਰੂਫ ਸਾਹਮਣੇ ਦਿਖਦੇ ਪਏ ਨੇ ਕਿ ਉਹਨੇ ਉਹ ਲਵਪ੍ਰੀਤ ਨੂੰ ਇਗਨੋਰ ਕਰ ਰਹੀ ਹੈ ਪੂਰੀ ਤਰ੍ਹਾਂ। ਔਰ ਲੜਕੀ, ਮੈਂ ਹੋਰ ਇਮੋਸ਼ਨਲ ਹੋਇਆ। ਮਾਈ ਕੈਨੇਡਾ ਕੁਈਨ ਲਿਖਿਆ ਮੁੰਡੇ ਨੇ ਆਪਣੇ ਚੈਟ ਦੇ ਉੱਤੇ ਕਿ ਉਹ ਉਹਨੂੰ ਦਿਲੋਂ ਪਿਆਰ ਕਰ ਰਿਹਾ ਜਾਂ ਦਿਲੋਂ ਉਹਨੂੰ ਚਾਹ ਰਿਹਾ। ਜੇ ਤੈਨੂੰ ਇੰਨਾ ਹੀ ਮਾੜਾ ਲੱਗਦਾ ਸੀ ਤੂੰ ਵਿਆਹ ਹੀ ਨਾ ਕਰਦੀ। ਮੁੰਡਾ ਬੜਾ ਸੋਹਣਾ ਤੇ ਜੇ ਮਾੜਾ ਸੀ ਤੇ ਵਿਆਹ ਨਾ ਕਰਦੀ। ਪੈਸੇ ਖਾਤਰ ਵਿਆਹ ਕੀਤਾ, ਹੁਣ ਆਪਾਂ ਮੁੱਕਰ ਰਹੇ ਹਾਂ। ਇਸ ਵੇਲੇ ਜੇ ਗੱਲ ਕਰੀਏ ਤਾਂ ਹਰ ਪਾਸੇ ਗੱਲ ਇਹ ਹੋ ਰਹੀ ਹੈ ਵੀ ਬੇਅੰਤ ਨੂੰ ਡਿਪੋਰਟ ਕੀਤਾ ਜਾਵੇ, ਕੁੜੀ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇ। ਕੀ ਪ੍ਰੋਸੈਸ ਹੈ ਡਿਪੋਰਟ ਕਰਨ ਦਾ? ਜੇ ਇੱਧਰੋਂ ਦੀ ਮੰਗ ਉੱਠਦੀ ਵੀ ਹੈ ਵੀ ਡਿਪੋਰਟ ਕੀਤਾ ਜਾਵੇ, ਕੀ ਪ੍ਰੋਸੈਸ ਹੈ? ਕਿੰਨੇ ਦਿਨ ਦੇ ਵਿੱਚ ਡਿਪੋਰਟ? ਦੇਖੋ ਜੇ ਸਰਕਾਰ ਚਾਹੇ ਤਾਂ ਹਫਤਾ ਬਹੁਤ ਹੈ, ਨੀਤ ਹੋਵੇ ਇਹਨਾਂ ਦੀ ਡਿਪੋਰਟ ਕਰਾਉਣ ਦੀ।
ਡਿਪੋਰਟ ਕਰਾਉਣ ਲਈ ਕੋਈ ਔਖਾ ਕੰਮ ਨਹੀਂ ਹੈ। ਇਧਰੋਂ LOC ਕੱਟੀ ਜਾਣੀ ਹੈ, ਰੈੱਡ ਕਾਰਨਰ ਜਾਰੀ ਹੋਣਾ ਹੈ, ਇੰਟਰਪੋਲ ਨੂੰ ਇੰਟੀਮੇਸ਼ਨ ਕਰਨੀ ਹੈ, ਮਿਨਿਸਟਰੀ ਆਫ ਹੋਮ ਨੇ, ਸਰਕਾਰ ਪੰਜਾਬ ਪੁਲਿਸ ਨੇ ਆਪਣੀ ਪੰਜਾਬ ਦੀ ਮਿਨਿਸਟਰੀ ਆਫ ਹੋਮ ਨੂੰ ਲਿਖਣਾ, ਮਿਨਿਸਟਰੀ ਆਫ ਹੋਮ ਨੇ ਦਿੱਲੀ ਨੂੰ ਲਿਖਣਾ ਤੇ ਦਿੱਲੀ ਨੇ ਕੈਨੇਡਾ ਨੂੰ ਲਿਖਣਾ ਤੇ ਕੈਨੇਡਾ ਪੁਲਿਸ ਨੇ ਉੱਥੋਂ ਘਰੋਂ ਜਾ ਕੇ ਚੱਕ ਲਿਆਣੀ ਹੈ ਤੇ ਹੱਥਕੜੀਆਂ ਲਾ ਕੇ ਇੰਡੀਆ ਭੇਜ ਦੇਣੀ ਹੈ ਵਿਦ ਪੁਲਿਸ ਵਿਦ ਐਸਕੌਟ। ਤੇ ਦਿੱਲੀ 에ਅਰਪੋਰਟ ਤੇ ਜਾਂ ਜਿਹੜੇ ਵੀ 에ਅਰਪੋਰਟ ਤੇ ਹੋਈ ਉੱਥੇ ਹੀ ਉਹਨੂੰ ਅਰੈਸਟ ਕਰਕੇ ਸਿੱਧਾ ਥਾਣੇ ਲੈ ਕੇ ਆਉਣਾ, ਸਿੱਧਾ ਜੇਲ੍ਹ 'ਚ ਲੈ ਕੇ ਆਉਣਾ, ਨਾ ਕਿ ਉਹਨੂੰ ਉਹਦੇ ਘਰ ਜਾਣ ਦੇਣਾ ਸਮਾਨ ਸਮੇਤ। ਜੇ ਪੁਲਿਸ ਚਾਹੇ ਤਾਂ 1 ਹਫ਼ਤੇ ਤੋਂ ਵੱਧ ਦਾ ਪ੍ਰੋਸੈਸ ਨਹੀਂ ਹੈ। ਪਰ ਬਹੁਤ ਲੰਬਾ ਸਮਾਂ ਹੋ ਗਿਆ, ਹਾਲੇ ਤੱਕ ਤਾਂ FIR ਵੀ ਨਹੀਂ ਹੋ ਪਾਈ। ਦੇਖੋ ਜੀ, ਬੜੀ ਸ਼ਰਮ ਦੀ ਗੱਲ ਹੈ, 306 ਜਿਹੜੀ ਹੈ ਦੈਟ ਇਜ਼ ਅਬੈਟਮੈਂਟ ਟੂ ਸੁਸਾਈਡ। ਉਹਦੇ ਵਿੱਚ ਇੱਕੋ ਇਨਗਰੀਡੀਐਂਟ ਪ੍ਰੂਵ ਕਰਨਾ ਹੁੰਦਾ ਹੈ ਕਿ ਕਿਸੇ ਬੰਦੇ ਨੇ ਦੂਜੇ ਨੂੰ ਜਿਹੜਾ ਮਰਿਆ ਉਹਨੂੰ ਉਕਸਾਇਆ, ਉਹਨੂੰ ਇੰਨਾ ਕੁ ਤੰਗ ਕਰਤਾ ਕਿ ਉਹ ਆਪਣੇ ਹਾਲਾਤਾਂ ਨੂੰ ਸੰਭਾਲ ਨਹੀਂ ਸਕਿਆ ਔਰ ਉਹਨੇ ਆਪਣੀ ਜਾਨ ਦੇ ਦਿੱਤੀ। ਔਰ ਇਹਦੇ ਵਿੱਚ ਸੀਕੁਐਂਸ ਹੈ, ਫਿਰ ਉਹ ਚੈਟ ਕਰ ਰਿਹਾ, ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਮਾਂ-ਪਿਓ ਨੂੰ ਕੰਟੈਕਟ ਕੀਤਾ ਜਾ ਰਿਹਾ ਔਰ ਉਹ ਬੰਦੇ ਉਹਨੂੰ ਪੈਰ ਧਰਾਵਾ ਹੀ ਨਹੀਂ ਦੇ ਰਹੇ। ਔਰ ਜਿਹੜਾ ਕਿ ਲਾਅ ਕਹਿੰਦਾ ਕਿ 3 ਮਹੀਨਿਆਂ 'ਚੋਂ ਕੁੜੀ ਜਿਹੜੀ ਆ ਮੁੰਡੇ ਨੂੰ ਸੱਦ ਸਕਦੀ ਸੀ, ਉਹ ਤਾਂ ਈਵਨ ਸਟੂਡੈਂਟ ਸੀ ਤਾਂ ਵੀ ਸੱਦ ਸਕਦੀ ਸੀ। ਮੈਨੇਜਰ ਬਣਨਾ ਜਾਂ ਜੂਨੀਅਰ ਬਣਨਾ ਜਾਂ ਕੁਝ ਵੀ ਬਣਨਾ ਉਹ ਜ਼ਰੂਰੀ ਨਹੀਂ ਹੈ ਜੀ। ਕਿਉਂਕਿ ਕੁੜੀ ਨੇ ਇਹ ਗੱਲ ਕਹੀ ਹੈ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ, ਮੈਂ ਲਾਇਰ ਦੇ ਨਾਲ ਜਦੋਂ ਗੱਲ ਕੀਤੀ ਤਾਂ ਉਹਦੇ 'ਚ ਲਾਇਰ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਤੁਹਾਡੀ ਜਿਹੜੀ ਜੌਬ ਹੈ ਜਾਂ ਮੈਨੇਜਰ ਦੀ ਹੋਣੀ ਚਾਹੀਦੀ ਹੈ ਜਾਂ ਸੁਪਰਵਾਈਜ਼ਰ ਦੀ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਮੁੰਡੇ ਨੂੰ ਬੁਲਾ ਸਕਦੇ ਹੋ, ਨਾ ਤੇ ਤੁਹਾਡਾ ਫਾਈਲ ਜਿਹੜੀ ਆ ਉਹ ਰਿਜੈਕਟ ਹੋ ਜਾਊ। ਮੈਡਮ ਜੀ, ਬੜੀ ਸਿੰਪਲ ਜੀ ਗੱਲ ਹੈ, ਲੜਕੀ ਸਟੂਡੈਂਟ ਵੀਜ਼ਾ ਤੇ ਹੋਵੇ। ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਕੁੜੀ ਇਕੱਲੀ ਸਟੂਡੈਂਟ ਵੀਜ਼ਾ ਤੇ ਵੀ ਹੋਵੇ, ਆਪਣੇ ਘਰ ਵਾਲੇ ਨੂੰ, ਜਾਂ ਮੁੰਡਾ ਸਟੂਡੈਂਟ ਵੀਜ਼ਾ ਤੇ ਹੋਵੇ, ਆਪਣੇ ਸਪਾਊਸ ਨੂੰ, ਪਤੀ ਜਾਂ ਪਤਨੀ ਨੂੰ ਵਿਦਿਨ 3 ਮੰਥਸ, ਪਹਿਲੇ 3 ਮਹੀਨੇ ਸੋਸ਼ਲ ਕਾਰਡ ਇਸ਼ੂ ਹੋਣ 'ਚ ਲੱਗਦੇ ਨੇ, ਇੰਸ਼ੋਰੈਂਸ 'ਚ ਲੱਗਦੇ ਨੇ। 3 ਮਹੀਨਾ 1 ਦਿਨ ਜਿੱਦਣ ਹੋ ਜਾਣ ਉਦੋਂ ਨੂੰ ਆਪਣੇ ਘਰ ਵਾਲੇ ਜਾਂ ਘਰ ਵਾਲੀ ਨੂੰ ਬੁਲਾਇਆ ਜਾ ਸਕਦਾ ਹੈ, ਇਰਰਿਸਪੈਕਟਿਵ ਆਫ ਦੀ ਸੋਸ਼ਲ ਸਟੇਟਸ। ਉਹ ਜੌਬ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਉਹ ਸਟੂਡੈਂਟ ਹੈ ਜਾਂ ਕੀ ਹੈ, ਉਹ 3 ਮਹੀਨਿਆਂ ਬਾਅਦ ਬੁਲਾ ਸਕਦੀ ਹੈ। ਤੇ ਬਹਾਨਾ ਹੈ, ਇਹ ਝੂਠ ਹੈ, ਬੇਈਮਾਨੀ ਹੈ। ਕਿਸੇ ਲਾਇਰ ਨੇ ਕੋਈ ਗਲਤ ਲਾਅ ਦੀ ਕਿਤਾਬ ਪੜ੍ਹ ਲਓ, cic.gc.ca ਕਲੀਅਰ ਲਿਖਿਆ 3 ਮੰਥ ਟਾਈਮ। ਆਸਟ੍ਰੇਲੀਆ ਹੁੰਦਾ, ਨਿਊਜ਼ੀਲੈਂਡ ਹੁੰਦਾ 6 ਮਹੀਨੇ ਦਾ ਟਾਈਮ ਹੈ। ਉਹ ਲੜਕੀ ਝੂਠ ਬੋਲ ਰਹੀ ਹੈ, 100% ਉਹਦਾ ਪਰਿਵਾਰ ਝੂਠ ਬੋਲ ਰਿਹਾ। ਲਾਅ ਪਰਮਿਟ ਨਹੀਂ ਕਰਦਾ, ਲਾਅ ਕਹਿੰਦਾ 3 ਮਹੀਨੇ ਬਾਅਦ ਆਪਣੇ ਸਪਾਊਸ ਨੂੰ ਬੁਲਾਓ। ਕਿਉਂ ਕਹਿੰਦਾ? ਕਿਉਂਕਿ ਲੜਕੀ ਸਟੂਡੈਂਟ ਵੀਜ਼ੇ ਤੇ ਜੇ ਹੈਗੀ ਹੈ, ਉਹਨੂੰ 20 ਘੰਟੇ ਹਫ਼ਤੇ ਦਾ ਕੰਮ ਕਰਨਾ ਅਲਾਉਡ ਹੈ। ਜਦੋਂ ਉਹਦਾ ਹਸਬੈਂਡ ਜਾਏਗਾ ਤੇ ਉਹਨੂੰ ਫੁੱਲ ਡੇ ਕੰਮ ਕਰਨਾ ਅਲਾਉਡ ਹੈ, ਉਹਦੀ ਜੋ ਵੀ ਕੁਆਲੀਫਿਕੇਸ਼ਨ ਹੈ। ਔਰ ਉਸ ਕੁਆਲੀਫਿਕੇਸ਼ਨ ਮੁਤਾਬਕ ਉਹ ਪੈਸੇ ਕਮਾਉਣਗੇ, ਉੱਥੇ ਖਰਚਣਗੇ ਔਰ ਆਪਣਾ ਸੋਸ਼ਲ ਸਟੇਟਸ ਅਪਗ੍ਰੇਡ ਕਰਨਗੇ। ਸੋ ਇਹ ਝੂਠ ਸੀ, ਇਹ ਫਰੇਬ ਹੈ ਜਿਹੜਾ ਲੜਕੀ ਵਾਲੇ ਪੈਂਤਰਾ ਵਰਤਦੇ ਪਏ ਨੇ। ਇਸ ਵੇਲੇ ਬਹੁਤ ਸਾਰੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਵੀ ਮੁੰਡਾ ਜਿਹੜਾ ਹੈ ਉਹ ਚਿੱਟੇ ਖਾਂਦਾ ਸੀ, ਉਹਦੇ ਵਾਸਤੇ ਪੈਸੇ ਕੁੜੀ ਤੋਂ ਮੰਗਦਾ ਸੀਗਾ, ਜਦ ਕਿ ਉਹਨਾਂ ਨੇ ਕਿਹਾ ਕੁੜੀ ਦੇ ਜਿਹੜੇ ਕੁੜੀ ਦੇ ਫੈਮਿਲੀ ਮੈਂਬਰ ਨੇ, ਜਿਹੜੇ ਮੰਮੀ ਪਾਪਾ ਨੇ, ਉਹਦੇ ਇੰਟਰਵਿਊ 'ਚ ਕਹਿੰਦੇ ਨੇ ਵੀ ਵਿੱਕੀ ਨਾਮ ਦੇ ਮੁੰਡੇ ਦੇ ਅਕਾਊਂਟ ਦੇ ਵਿੱਚ ਮੁੰਡਾ ਪੈਸੇ ਮੰਗਵਾਉਂਦਾ ਸੀ। ਤੇ ਕੁੜੀ ਜਦੋਂ ਇੰਟਰਵਿਊ ਦਿੰਦੀ ਹੈ ਤੇ ਕੁੜੀ ਕਹਿ ਦਿੰਦੀ ਹੈ ਵੀ ਨਹੀਂ, ਵਿੱਕੀ ਤੋਂ ਪੈਸੇ ਲਿੱਤੇ ਹੋਏ ਸੀ ਤੇ ਵਿੱਕੀ ਦੇ ਮੈਂ ਪੈਸੇ ਵਾਪਸ ਕਰਨੇ ਸੀਗੇ, ਉਹ ਪੈਸੇ ਵਾਪਸ ਕੀਤੇ ਸੀ। ਮਤਲਬ ਆਪਸ ਦੇ ਵਿੱਚ ਗੱਲਾਂ ਉਲਝਾ ਰਹੇ ਨੇ, ਲੱਗਦਾ ਵੀ ਇਸੇ ਕਰਕੇ ਸਾਰੀਆਂ ਚੀਜ਼ਾਂ। ਮੈਡਮ ਜੀ, ਜਦੋਂ ਮੇਰੀ ਨੀਤ ਮਾੜੀ ਹੈ, ਜਦੋਂ ਉਸ ਲੜਕੀ ਦੀ ਹੀ ਨੀਤ ਮਾੜੀ ਹੋ ਗਈ, ਉਹ ਤਾਂ 3600 ਬਹਾਨੇ ਬਣਾਏ ਕਿ ਚੋਰ ਨੇ ਕਦੀ ਕਿਹਾ ਮੈਂ ਚੋਰੀ ਕੀਤੀ ਹੈ। ਉਹ ਤਾਂ ਪਟਾ ਹੀ ਬੋਲਦਾ ਜਿਹੜਾ ਰਾਮ ਪਿਆਰੀ ਲਾਲ ਕਰਦਾ। ਤੇ ਜਦੋਂ ਪਟਾ ਵਰਦਾ ਫਿਰ ਅਕਲ ਆਉਂਦੀ ਹੈ। ਮੈਂ ਤਾਂ ਇਹ ਹੈਰਾਨ ਆ ਵੀ 306 ਦੇ ਪਰਚੇ ਤੋਂ ਬਾਵਜੂਦ ਪਿਓ ਨੂੰ, ਮਾਂ ਨੂੰ, ਭਰਾ ਨੂੰ, ਭੈਣ ਨੂੰ ਕਿਉਂ ਨਹੀਂ ਅਰੈਸਟ ਕੀਤਾ ਗਿਆ। ਕੋਗਨੀਜੇਬਲ ਇਹ ਹੀਨੀਅਸ ਕ੍ਰਾਈਮ 'ਚ ਆਉਂਦਾ ਹੈ ਕਿਸੇ ਦਾ ਮਰਡਰ ਕਰਨਾ। ਔਰ ਮਰਡਰ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ, ਲਲਿਤਾ ਕੁਮਾਰੀ ਵਰਸਸ ਸਟੇਟ ਆਫ UP, ਔਰ ਹਜ਼ਾਰਾਂ ਗਾਈਡਲਾਈਨਸ ਨੇ ਵੀ ਇਹੋ ਜਿਹੇ ਮਸਲਿਆਂ 'ਚ ਪਹਿਲਾਂ ਪਰਚਾ ਦਰਜ ਕਰੋ, ਬੰਦਾ ਚੁੱਕ ਕੇ ਅੰਦਰ ਦਿਓ, ਇਨਵੈਸਟੀਗੇਸ਼ਨ ਬਾਅਦ 'ਚੋਂ ਕਰੋ। ਪੁਲਿਸ ਤਾਂ ਹਾਲੇ ਵੀ ਇਹ ਕਹੀ ਜਾਂਦੀ ਸੀ ਕਿ ਵੀ ਪਹਿਲਾਂ ਗਵਾਹੀਆਂ ਹੋਣਗੀਆਂ। ਅਜੇ ਗਵਾਹੀਆਂ ਕਿੱਦਾਂ ਹੋਣਗੀਆਂ? ਈਵਨ ਮੁੰਡੇ ਦਾ ਜੇ ਸੁਸਾਈਡ ਨੋਟ, ਉਹ ਕਹਿੰਦੀ, ਕੁੜੀ ਕਹਿੰਦੀ ਮੈਨੂੰ ਭੇਜਿਆ, ਤੇ ਕੁੜੀ ਕਹਿੰਦੀ ਮੈਂ ਉਹਦੇ ਮਾਂ-ਪਿਓ ਨੂੰ ਸੁਸਾਈਡ ਭੇਜਿਆ। ਇਸ ਤੋਂ ਵੱਡਾ ਐਵੀਡੈਂਸ ਕੀ ਚਾਹੀਦਾ ਕਿ ਮੁੰਡਾ ਇੰਨਾ ਦੁਖੀ ਸੀ ਕਿ ਕੁੜੀ ਨੂੰ ਸੁਸਾਈਡ ਨੋਟ ਭੇਜ ਰਿਹਾ, ਮਾਂ-ਪਿਓ ਨੂੰ ਨਹੀਂ ਦੇ ਰਿਹਾ। ਔਰ ਉਹ ਸੁਸਾਈਡ ਨੋਟ ਲੜਕੀ ਇਹਦੇ ਮਾਂ-ਪਿਓ ਨੂੰ ਭੇਜ ਰਹੀ ਲਵਪ੍ਰੀਤ ਦੇ। ਤੇ ਕਨੈਕਸ਼ਨ ਤੇ ਬਣ ਗਿਆ, ਅਬੈਟਮੈਂਟ ਤੇ ਬਣ ਗਈ। ਹੋਰ ਪੁਲਿਸ ਮਤਲਬ ਕਿਹੜਾ ਛਣਕਣਾ ਲੱਭਦੀ ਪਈ ਹੈ, ਮੈਨੂੰ ਇਹ ਸਮਝਾਓ। ਜੇ ਇਸ ਵੇਲੇ ਗੱਲ ਕਰੀਏ ਤਾਂ ਇਹ ਵੀ ਗੱਲ ਉੱਠ ਰਹੀ ਸੀਗੀ ਵੀ ਕੁੜੀ ਨੇ ਆਪਣੇ ਵਰਕ ਪਰਮਿਟ ਦੇ ਉੱਤੇ ਸਿੰਗਲ ਲਿਖਿਆ ਹੋਇਆ ਸੀ। ਇਹ ਕਈ ਲੋਕ ਇਹ ਵੀ ਗੱਲ ਕਰ ਰਹੇ ਨੇ ਵੀ ਵਰਕ ਪਰਮਿਟ ਦੇ ਉੱਤੇ ਤਾਂ ਲਿਖਿਆ ਹੀ ਨਹੀਂ ਜਾਂਦਾ ਵੀ ਸਿੰਗਲ ਹੈ ਨਹੀਂ ਹੈ, ਮੈਰਿਟਲ ਸਟੇਟਸ ਨਹੀਂ ਮੰਗਿਆ ਜਾਂਦਾ, ਐਪਲੀਕੇਸ਼ਨ ਦੇ ਵਿੱਚ ਮੰਗਿਆ ਜਾਂਦਾ ਹੈ, ਵਰਕ ਐਪਲੀਕੇਸ਼ਨ ਦੇ ਵਿੱਚ। ਜਾਂ ਫਿਰ ਮੈਂ ਦੱਸਦਾ, ਜਿਹੜਾ ਮੈਰਿਟਲ ਸਟੇਟਸ ਹੈ ਸਭ ਤੋਂ ਪਹਿਲਾਂ ਤੇ ਉਹ ਪਾਸਪੋਰਟ ਤੇ ਐਂਟਰੀ ਹੁੰਦੀ ਹੈ। ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਜਦੋਂ ਵੀ ਵਿਆਹ ਕਰਾਓ, ਵਿਆਹ ਤੋਂ ਬਾਅਦ ਵਿਆਹ ਨੂੰ ਰਜਿਸਟਰ ਕਰਾਓ ਔਰ ਲੜਕੀ ਦੇ ਪਾਸਪੋਰਟ ਤੇ ਆਪਣਾ ਨਾਂ ਤੇ ਆਪਣੇ ਪਾਸਪੋਰਟ ਤੇ ਲੜਕੀ ਦਾ ਨਾਂ ਚੜਾਓ, ਤੁਹਾਡੇ ਕੋਲ ਪ੍ਰੋਪਰ ਪ੍ਰੂਫ ਬਣੇਗਾ। ਦੂਸਰੀ ਗੱਲ, ਉਹਦੇ ਤੇ ਉਹ ਬੈਚਲਰ ਹੈ ਕਿ ਉਹਦੇ ਤੇ ਉਹ ਵਿਆਹੀ ਸੀ ਪਹਿਲਾਂ ਜਾਂ ਡਿਵੋਰਸੀ ਹੈ, ਉਹ ਬਿਲਕੁਲ ਸੱਚ ਲਿਖੋ। ਕਈ ਵੇਲੇ ਮੁੰਡਿਆਂ ਵੀ ਡਿਵੋਰਸ ਹੋਇਆ ਹੁੰਦਾ ਤੇ
ਲਾਲਚ ਕਰਕੇ ਇਹ ਨਾ ਲਿਖੋ ਕਿ ਫਾਈਲ ਰਿਜੈਕਟ ਹੋ ਜਾਏਗੀ। ਤਲਾਕ ਕਾਨੂੰਨੀ ਹੋਇਆ ਹੋਣਾ ਚਾਹੀਦਾ, ਪੰਚਾਇਤੀ ਤਲਾਕ ਨਹੀਂ ਮੰਨਿਆ ਜਾਂਦਾ। ਤੇ ਤਲਾਕ ਆ ਉਹਦੇ ਤੇ ਲਿਖਵਾਓ ਆਪਣਾ ਡਿਵੋਰਸ ਹੋਇਆ। ਔਰ ਜਿੱਥੋਂ ਤੱਕ ਰਹੀ ਸਟੇਟਸ ਦੀ ਗੱਲ, ਪਾਸਪੋਰਟ ਤੇ ਜਿਹੜੀ PR ਐਪਲੀਕੇਸ਼ਨ ਹੈ ਉਹਦੇ ਤੇ ਬੈਚਲਰ ਜਾਂ ਮੈਰਿਡ ਜਾਂ ਡਿਵੋਰਸ ਜਾਂ ਵਿਡੋ ਜਾਂ ਸਿੰਗਲ ਕਈ ਕਾਰਨਾਂ ਤੋਂ ਸਿੰਗਲ ਮਦਰ ਵੀ ਬਣਦੀ ਹੈ, ਉਸ ਕਰਕੇ ਲਿਖਿਆ ਜਾ ਸਕਦਾ ਹੈ। ਜੌਬ ਦੇ ਉੱਤੇ ਜਿਹੜੀ ਉਹਨੂੰ ਜੌਬ ਮਿਲੀ ਆ ਉਹਦੇ ਤੇ ਕੋਈ ਐਸੀ ਪ੍ਰੋਵੀਜ਼ਨ ਨਹੀਂ ਹੈ ਕਿ ਉਹ ਮੈਰਿਡ ਹੈ ਕਿ ਅਨਮੈਰਿਡ ਹੈ। ਹਾਂ, ਲੜਕੀ ਦੇ ਅੱਗੇ ਜੇ ਕੋਈ ਬੱਚਾ ਹੋਵੇ, ਡਿਪੈਂਡੈਂਟ ਹੋਵੇ, ਉਸ ਵੇਲੇ ਉਸ ਬੱਚੇ ਦਾ ਜ਼ਿਕਰ ਕੀਤਾ ਜਾਂਦਾ ਹੈ। ਫੋਰਨ ਕੰਟਰੀ 'ਚ ਪਿਓ ਦਾ ਨਾਂ ਘੱਟ ਪੁੱਛਿਆ ਜਾਂਦਾ, ਮਾਂ ਦਾ ਨਾਂ ਜ਼ਿਆਦਾ ਪੁੱਛਿਆ ਜਾਂਦਾ, ਕਿਉਂਕਿ ਫੋਰਨ ਕੰਟਰੀ ਇਹ ਮੰਨਦੇ ਆ ਕਿ ਮਾਂ ਤੇ ਕਨਫਰਮ ਇਹੋ ਹੀ ਹੈ, ਪਿਓ ਪਤਾ ਨਹੀਂ ਕਿਹੜਾ, ਕਿਉਂਕਿ ਕਲਚਰ ਉਹਨਾਂ ਦਾ ਬਹੁਤ ਹੀ ਅੰਗਰੇਜ਼ਾਂ ਵਾਲਾ ਨਾ। ਸਾਡੇ ਤੇ ਸਾਨੂੰ ਪਤਾ ਕਿ ਸਾਡੀ ਆ ਮਾਂ ਤੇ ਆ ਪਿਓ ਹੈ, ਇਸ ਕਰਕੇ ਉਹ ਲੋਕ ਮਾਂ ਨੂੰ ਜ਼ਿਆਦਾ ਉਹ ਤਵੱਜੋ ਦਿੰਦੇ ਨੇ। ਇਸ ਕੇਸ 'ਚ ਬੱਚਾ ਹੀ ਕੋਈ ਪੈਦਾ ਨਹੀਂ ਹੋਇਆ ਤੇ ਫਿਰ ਉਹਦਾ ਸੋਸ਼ਲ ਸਟੇਟਸ ਸਿਰਫ ਉਹਦੀ PR ਦੀ ਫਾਈਲ ਤੱਕ, ਉਹਦੇ ਪਾਸਪੋਰਟ ਤੱਕ, ਉਹਦੀ PCC ਤੱਕ। ਔਰ ਮੈਂ ਇੱਥੇ ਫਿਰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜੇ ਤੁਹਾਡੀ ਸਪਾਊਸ ਜਾਂ ਤੁਹਾਡਾ ਸਪਾਊਸ ਫੋਰਨ 'ਚ ਹੈ ਔਰ ਉਹਨੇ ਆਪਣੀ ਸਿੰਗਲ ਦੀ PCC ਭੇਜੀ ਹੈ, ਉਹਦੇ ਤੇ ਪਰਚਾ ਹੁੰਦਾ ਜੇ 420 467 68 120 ਦਾ, ਉਹਦੇ ਪਿਓ ਤੇ ਵੀ ਹੁੰਦਾ ਜੇ, ਉਹਦੀ ਮਾਂ ਤੇ ਵੀ ਹੁੰਦਾ ਜੇ। ਇਹ ਗੱਲ ਯਾਦ ਰੱਖੋ। ਔਰ ਉਹਨਾਂ ਤੇ ਉਹ ਪਰਚੇ ਦੀ ਐਪਲੀਕੇਸ਼ਨ ਵੱਖਰੀ ਦਿਓ, 4 ਲੈਣਾਂ ਦੀ ਐਪਲੀਕੇਸ਼ਨ ਕਿ ਆਹ ਲੜਕੀ ਨੇ ਆਪਣੀ PCC ਅਪਲਾਈ ਕੀਤੀ ਸੀ। ਔਰ ਅਗਲੀ ਗੱਲ ਹੋਰ ਦੱਸਾਂ, ਬੜੀ ਇੰਪੋਰਟੈਂਟ ਗੱਲ, ਅਸੀਂ ਸਾਡੇ ਭੈਣ ਭਰਾ ਇੱਥੇ ਇੰਡੀਆ 'ਚ ਕੀ ਗਲਤੀ ਕਰਦੇ ਨੇ। ਮੰਨ ਲਓ ਵਿਆਹ ਤੋਂ ਬਾਅਦ ਕੁੜੀ ਦਾ ਪਿੰਡ ਬਣ ਗਿਆ ਧਨੌਲਾ, ਬਰਨਾਲੇ 'ਚ ਪੈ ਗਿਆ, ਲੜਕੀ ਦਾ ਪੇਕਾ ਪਿੰਡ ਮੰਨ ਲਓ ਸੰਗਰੂਰ 'ਚ ਹੈ। ਉਹ ਕੀ ਹੋਏਗਾ ਕਿ ਸੰਗਰੂਰ ਦੇ ਥਾਣੇ 'ਚ ਉਹਦੀ ਐਂਟਰੀ ਨਹੀਂ ਹੋਏਗੀ, ਇਹਨਾਂ ਨੇ ਆਪਣੇ ਥਾਣੇ ਨੂੰ ਐਪਲੀਕੇਸ਼ਨ ਦਿੱਤੀ ਹੋਏਗੀ ਤੇ ਪਰਚਾ ਦਰਜ ਹੋਏਗਾ ਬਰਨਾਲੇ ਦੇ ਧਨੌਲੇ ਨੂੰ ਜਿਹੜਾ ਥਾਣਾ ਪੈਂਦਾ। ਲੜਕੀ ਦਾ ਜਿਹੜਾ ਥਾਣਾ ਉਹਦੇ ਵਿੱਚ ਉਹਦੀ ਕਲੀਨ ਚਿੱਟ ਹੋਏਗੀ। ਤਾਂ ਲੜਕੀ ਦੇ ਪੇਕਿਆਂ ਨੂੰ ਜਿਹੜਾ ਥਾਣਾ ਪੈਂਦਾ ਉੱਥੇ ਉਹਦੀ ਸ਼ਿਕਾਇਤ ਜ਼ਰੂਰ ਦਰਜ ਕਰਾਓ। ਪਰਚਾ ਹੋਣ ਤੋਂ ਬਾਅਦ ਇੱਕ ਐਪਲੀਕੇਸ਼ਨ ਲਿਖੋ ਪੁਲਿਸ ਨੂੰ ਕਿ ਆਹ ਫਲਾਣੀ ਕੁੜੀ ਮੇਰੇ ਨਾਲ ਵਿਆਹ ਹੋਇਆ ਸੀ, ਆਹ ਉਹਦਾ ਪਾਸਪੋਰਟ ਨੰਬਰ ਹੈ, ਪਿਓ ਦਾ ਨਾਂ ਹੈ, ਮਾਂ ਦਾ ਨਾਂ, ਪਿੰਡ ਦਾ ਐਡਰੈਸ, ਇਹਦੇ ਖਿਲਾਫ ਇਹ ਪਰਚਾ ਦਰਜ ਹੋ ਚੁੱਕਾ ਹੈ। ਰਜਿਸਟਰ ਨੰਬਰ 9 ਹੈ ਪੰਜਾਬ ਪੁਲਿਸ ਕੋਲ, ਜਿਹਦੇ ਵਿੱਚ ਦੋਸ਼ੀਆਂ ਦੀ ਤੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੀ ਐਂਟਰੀ ਕੀਤੀ ਜਾਂਦੀ ਹੈ। ਜਦੋਂ ਵੀ ਪਾਸਪੋਰਟ ਦੀ ਇਨਕੁਆਇਰੀ ਆਉਂਦੀ ਹੈ 9 ਨੰਬਰ ਰਜਿਸਟਰ ਜ਼ਰੂਰ ਫੋਲਿਆ ਜਾਂਦਾ ਤੇ ਉੱਥੇ ਲਿਖਿਆ ਜਾਵੇ ਵੀ ਕ੍ਰਾਈਮ ਰਜਿਸਟਰ ਵਿੱਚ ਇਸ ਦੋਸ਼ੀ ਦੀ ਐਂਟਰੀ ਕੀਤੀ ਜਾਵੇ, ਉਹਦੇ ਪਰਿਵਾਰ ਦੀ ਉੱਥੇ ਐਂਟਰੀ ਕਰਾਓ। ਪਾਸਪੋਰਟ ਮਹਿਕਮੇ ਨੂੰ ਸੈਕਸ਼ਨ 10 'ਚ ਐਪਲੀਕੇਸ਼ਨ ਭੇਜੋ ਕਿ ਤੁਸੀਂ ਇਸ ਲੜਕੀ ਦਾ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੋ। ਔਰ ਜੇ ਪਾਸਪੋਰਟ ਦਫ਼ਤਰ ਕੁਝ ਨਹੀਂ ਕਰ ਰਿਹਾ, ਮਹਿਕਮਾ ਕੁਝ ਨਹੀਂ ਕਰ ਰਿਹਾ, ਤੇ ਅਦਾਲਤ 'ਚ ਐਪਲੀਕੇਸ਼ਨ ਲੱਗ ਸਕਦੀ ਹੈ। ਪਲੱਸ ਉਹਦੀ FIR ਦੀ ਟਰਾਂਸਲੇਸ਼ਨ ਅਟੈਸਟ ਕਰਾ ਕੇ ਜਿਹੜਾ ਮਹਿਕਮਾ ਵੀ ਉਹਦੇ ਨਾਲ ਸੰਬੰਧਿਤ ਹੈ, ਯਾਨੀ ਕਿ ਇੰਡੀਆ ਵਿੱਚ ਫੋਰਨ ਦੀ ਜਿਹੜੀ ਐਮਬੈਸੀ ਹੈ, ਮੰਨ ਲਓ ਕੈਨੇਡਾ ਦਾ ਕੇਸ ਹੈ ਤਾਂ ਕੈਨੇਡਾ ਦੀ ਐਮਬੈਸੀ, ਕੌਂਸਲੇਟ ਜਨਰਲ ਜਿਹੜਾ ਸ਼ਾਂਤੀਪਤ 'ਤੇ ਹੈ, ਜਿਹੜੇ ਸ਼ਹਿਰ 'ਚੋਂ ਰਹਿੰਦੀ ਹੈ ਉੱਥੇ ਬਾਹਰ ਟੋਰਾਂਟੋ ਰਹਿੰਦੀ ਹੈ ਜਾਂ ਮੰਨ ਲਓ ਵੈਨਕੂਵਰ ਰਹਿੰਦੀ ਹੈ, ਜਿਹੜੇ ਵੀ ਸ਼ਹਿਰ 'ਚੋਂ ਰਹਿ ਰਹੀ ਹੈ ਜਾਂ ਜਿਹਦਾ ਵੀ ਪਤਾ ਤੁਹਾਨੂੰ, ਨਹੀਂ ਤਾਂ ਦੋਨਾਂ ਐਮਬੈਸੀਆਂ 'ਚ ਉੱਥੇ ਇੰਟੀਮੇਸ਼ਨ ਭੇਜੋ, ਇੰਡੀਆ ਦੀ ਹੋਮ ਮਿਨਿਸਟਰੀ 'ਚ ਭੇਜੋ। ਫੋਰਨ ਦੇ ਜਿਹੜੇ PR ਇਸ਼ੂ ਕਰਨ ਵਾਲੇ ਮਹਿਕਮੇ ਹੈ, ਇਮੀਗ੍ਰੇਸ਼ਨ ਵਾਲੇ ਮਹਿਕਮੇ, ਉੱਥੇ ਤੁਸੀਂ ਆਪਣੀ ਕਾਰਵਾਈ ਕਰੋ। ਪੁਲਿਸ ਨਕੰਮੀ, ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕੀ ਹੈ, ਉਹਨਾਂ ਨੇ ਸੱਚੀ ਮੁੱਚੀ ਕੁਝ ਨਹੀਂ ਕਰਨਾ। ਤੁਸੀਂ ਐਫਰਟ ਕਰੋ, ਆਪ ਕਰ ਲਓ, ਆਪਣੇ ਕਿਸੇ ਵਕੀਲ ਦੇ ਥਰੂ ਕਰ ਲਓ। ਔਰ ਭੇਜਣ ਲੱਗਿਆਂ ਬੜੇ ਧਿਆਨ ਰੱਖੋ ਕਿ ਆਪਾਂ ਸਹੀ ਸੂਚਨਾ ਸਹੀ ਜਗ੍ਹਾ ਤੇ ਸਹੀ ਸਮੇਂ ਭੇਜੀਏ। PR ਜਦੋਂ ਕੋਈ ਅਪਲਾਈ ਕਰਦਾ, ਇਹ ਵੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਜਦੋਂ ਕੋਈ ਬੰਦਾ PR ਅਪਲਾਈ ਕਰਦਾ 60 ਦਿਨ ਦਾ ਸਮਾਂ ਹੁੰਦਾ ਹੈ ਆਪਣੀ ਫਾਈਲ ਨੂੰ ਕਲੀਅਰ ਕਰਕੇ ਆਪਣੇ PR ਦੇ ਡਿਪਾਰਟਮੈਂਟ ਤੱਕ ਪਹੁੰਚਾਉਣ ਦਾ। ਜੇ 60 ਦਿਨਾਂ 'ਚ ਉਹਦੀ ਫਾਈਲ ਨਾ ਪਹੁੰਚੇ, PCC ਹੋ ਕੇ ਔਰ ਬਾਕੀ ਕਾਗਜ਼ੀ ਕਾਰਵਾਈ ਕੰਪਲੀਟ ਹੋ ਕੇ ਉਹ ਫਾਈਲ ਪੈਂਡਿੰਗ ਹੋ ਜਾਂਦੀ ਹੈ। ਸੋ ਕੋਸ਼ਿਸ਼ ਕਰੋ ਕਿ ਉਹਦੀ ਇਨਕੁਆਇਰੀ ਇੰਡੀਆ 'ਚ ਰੋਕੋ, 60 ਦਿਨ ਤੋਂ ਵੱਧ ਉਹਦਾ ਟਾਈਮ ਵੇਸਟ ਹੋਵੇ, ਔਰ ਉਹਦੇ ਖਿਲਾਫ ਜਿਹੜੀਆਂ ਕੰਪਲੇਂਟਾਂ ਉਹ ਦਿਓ ਤਾਂ ਕਿ ਉਹਦੀ ਉੱਥੇ ਇਨਕੁਆਇਰੀ ਪੋਜ਼ਿਟਿਵ ਨਾ ਜਾਵੇ, ਔਰ ਉਹਦੀ ਇੱਥੇ ਉਹਦਾ ਪਰਚਾ ਵੀ ਦਰਜ ਕਰਾਓ ਵੀ ਉਹਨੇ ਝੂਠੀ ਦਰਖਾਸਤ ਭੇਜੀ ਹੈ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ, ਜਿਵੇਂ ਛੋਟੀਆਂ ਚੀਜ਼ਾਂ, ਕੀ ਕਰਨਾ ਹੈ ਕੀ ਨਹੀਂ ਕਰਨਾ, ਇਹ ਚੀਜ਼ਾਂ ਨਹੀਂ ਪਤਾ, ਪਰ ਬਾਅਦ 'ਚ ਜਾ ਕੇ ਬਹੁਤ ਉਹਨਾਂ ਨੂੰ ਦਿੱਕਤ ਹੁੰਦੀ ਹੈ। ਕਈ ਵਾਰ ਉਹਨਾਂ ਦੇ ਲਾਇਰ ਜਿਹੜੇ ਹੁੰਦੇ ਨੇ ਉਹ ਨਹੀਂ ਸਮਝਾਉਂਦੇ, ਕੰਸਲਟੈਂਟ ਹੁੰਦੇ ਨੇ ਜਿਹੜੇ ਉਹ ਨਹੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝਾਉਂਦੇ। ਜਿਹੜੇ ਪ੍ਰਸ਼ਾਸਨ ਦੀ ਜੇ ਗੱਲ ਕਰ ਲਈ, ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਪ੍ਰਸ਼ਾਸਨ ਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਪਤਾ, ਸੇ ਇਹ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਵੀ ਐਰਰ ਤਾਂ ਆਉਂਦੀ। ਮੈਡਮ ਮੈਂ ਗਰੰਟੀ ਕਹਿੰਦਾ, ਤੁਸੀਂ 100 ਪੰਜਾਬ ਪੁਲਿਸ ਵਾਲਾ ਇਕੱਠਾ ਕਰ ਲਓ ਔਰ ਉਹਨਾਂ ਨੂੰ NRI ਡਿਪਾਰਟਮੈਂਟ ਨੂੰ ਇਕੱਠਾ ਕਰੋ ਤੇ ਉਹਨੂੰ ਕਹੋ ਵੀ ਅੰਗਰੇਜ਼ੀ 'ਚ LOC ਤੁਸੀਂ ਕੱਟਦੇ ਹੋ, ਇਹਦੀ ਫੁੱਲ ਫਾਰਮ ਦੱਸ ਦੇ, ਤੇ 90 ਦਿਨ ਹੀ ਦੱਸ ਪਾਉਣਗੇ। ਮੈਂ ਇੱਥੇ ਬੈਠੇ ਕਹਿ ਦਿੰਦਾ, ਰੈੱਡ ਜ਼ੋਨ, ਰੈੱਡ ਕਾਰਡ, ਇੰਟਰਪੋਲ ਸਵਾਹ ਪਤਾ ਹੋਏਗਾ ਉਹਨਾਂ ਨੂੰ। ਉਹਦੀ ਟ੍ਰੇਨਿੰਗ ਨਹੀਂ ਦਿੱਤੀ ਜਾ ਰਹੀ। ਕਿਸੇ ਵੀ ਥਾਣੇ ਤੋਂ SHO ਫੜਿਆ ਜਾਂਦਾ, ਵਿਚਾਰੇ ਨੂੰ ਉੱਥੇ ਲਾਤਾ ਜਾਂਦਾ, ਉਹਦਾ ਵੀ ਕਸੂਰ ਨਹੀਂ। ਉਹਨੂੰ ਟ੍ਰੇਨਿੰਗ ਦਿਓ। ਤੁਸੀਂ ਪੁਲਿਸ ਭਰਤੀ ਕਰਨ ਲੱਗਿਆ ਤਾਂ 50 ਤਰ੍ਹਾਂ ਦੀ ਟ੍ਰੇਨਿੰਗ ਕਰਾਉਂਦੇ ਹੋ, ਤੇ ਉਸ ਤੋਂ ਬਾਅਦ ਕੰਮ ਲੈਣ ਲਈ ਵੀ ਤਾਂ ਟ੍ਰੇਨਿੰਗ ਦਿਓ। ਉਹਨਾਂ ਦਾ ਵੀ ਕਸੂਰ ਨਹੀਂ ਹੈ। ਜਦੋਂ ਉਹਨਾਂ ਨੂੰ ਪ੍ਰੋਸੀਜਰ ਸਮਝਾਓਗੇ, ਫਿਰ ਉਸ ਤੋਂ ਵੱਡੀ ਗਲਤੀ ਕੀ ਹੁੰਦੀ ਹੈ, 90% ਥਾਂ 'ਤੇ
ਜਿਹੜਾ ਦੋਸ਼ੀ ਹੁੰਦਾ ਉਹ ਪੈਸੇ ਦੇ ਕੇ ਆਪਣਾ ਕੰਮ ਕਰਾਉਣਾ ਚਾਹੁੰਦਾ ਹੈ। ਜਦੋਂ ਉਹ ਪੈਸੇ ਖਰਚ ਦਿੰਦਾ ਹੈ, ਉਹਨੇ 50 ਲੱਖ ਮਾਰਿਆ, ਜੇ ਉਹ 5 ਲੱਖ ਖਰਚ ਵੀ ਦੇਗਾ ਤੇ ਉਹਨੂੰ 45 ਲੱਖ ਪ੍ਰੋਫਿਟ ਹੈ। ਜਿਹਦੇ ਕੋਲ ਪੈਸੇ ਲੱਗੇ ਹੁੰਦੇ ਨੇ ਉਹ ਥੱਕ ਜਾਂਦਾ ਹੈ ਧੱਕੇ ਖਾ ਖਾ ਕੇ, ਉਹ ਕਹਿੰਦਾ ਭਰਾ ਜਿੰਨੇ ਮਿਲਦੇ ਲਓ ਤੇ ਜਾਨ ਚੜਾਓ। ਸੋ ਜੇ ਸਹੀ ਸਮੇਂ ਸਿਰ ਉਹਨਾਂ ਨੂੰ ਕਾਨੂੰਨ ਦੀ ਉਹ ਰੱਖਿਆ ਮਿਲ ਜੇ ਤੇ ਉਸ ਤੋਂ ਵਧੀਆ ਜਲਦੀ ਕੋਈ ਕੰਮ ਨਹੀਂ ਹੋ ਸਕਦਾ। ਇੱਕ ਬੰਦਾ, ਮੈਂ ਕਹਿੰਦਾ ਕੁੜੀ ਦਾ ਪਿਓ ਚੁੱਕ ਕੇ ਜਰਾ 24 ਘੰਟੇ ਅੰਦਰ ਭਾਲੋ ਤੇ 25ਵੇਂ ਘੰਟੇ ਕੁੜੀ ਇੰਡੀਆ ਨਾ ਆ ਜਾਏ ਤੇ ਜਾਂ ਮੁੰਡੇ ਨੂੰ ਨਾ ਬੁਲਾ ਲੇ, ਮੇਰਾ ਨਾਮ ਵਟਾ ਦੇਣਾ, ਫੜਾਉਂਦੇ ਨਹੀਂ। ਇਹ ਵੀ ਚੀਜ਼ ਦੇਖੀ ਜਾ ਰਹੀ ਸੀਗੀ ਵੀ ਜਦੋਂ ਮੁੰਡੇ ਦੀ ਡੈਥ ਹੁੰਦੀ ਹੈ ਤਾਂ ਉਦੋਂ ਵੀ ਕੁੜੀ ਇੰਡੀਆ ਨਹੀਂ ਵਾਪਸ ਆਉਂਦੀ, ਉਸ ਤੋਂ ਬਾਅਦ ਜਦੋਂ ਇੰਨੇ ਇਲਜ਼ਾਮ ਲੱਗਦੇ ਨੇ ਉਦੋਂ ਵੀ ਇੰਡੀਆ ਵਾਪਸ ਨਹੀਂ ਆਉਂਦੀ। ਉਹ ਜਿਹੜੀ ਜੇ ਸੀਰੀਅਸਲੀ ਜੇ ਵਿਆਹ ਮੰਨਿਆ ਹੁੰਦਾ ਉਹਨੇ ਤਾਂ ਹੁਣ ਤੱਕ ਪਿਆਰ ਹੁੰਦਾ ਉਹਦੇ ਦਿਲ 'ਚ, ਉਹਨੂੰ ਲੱਗਦਾ ਕਿ ਇਹ ਮੇਰਾ ਨਾਲ ਦਾ ਹੈ, ਇਹਦੇ ਨਾਲ ਮੈਂ ਜ਼ਿੰਦਗੀ ਕੱਟਣੀ ਹੈ। ਯਾਰ ਘਰ 'ਚ ਕੁੱਤਾ ਮਰ ਜੇ ਅਸੀਂ ਉਹਦੇ ਲਈ 4 ਦਿਨ ਰੋਂਦੇ ਆ, ਚੰਗਾ ਜੀ ਸੋਹਣਾ ਮੁੰਡਾ ਕਿਸੇ ਦਾ ਮਾਂ ਦਾ ਪੁੱਤ ਮਾਰਦਾ ਡਣੇ, ਤੈਨੂੰ ਕਿੱਥੋਂ ਸਾਥ ਮਿਲਣਾ ਹੈ? ਮੈਂ ਯਾਦ ਨਾਲ ਕਹਿਣਾ, ਫਿਰ ਮੈਂ ਅੱਜ ਦੁਬਾਰਾ ਕਹਿਣ ਲੱਗਾ, ਇਸ ਸਰੀਰ ਨੂੰ ਪਾਸਪੋਰਟ ਚਾਹੀਦਾ, ਇਸ ਸਰੀਰ ਨੂੰ ਵੀਜ਼ਾ ਚਾਹੀਦਾ, ਇਸ ਸਰੀਰ ਨੂੰ ਟਿਕਟ ਚਾਹੀਦੀ ਹੈ ਕੈਨੇਡਾ ਪਹੁੰਚਣ ਲਈ, ਤੇ 24 ਘੰਟੇ ਚਾਹੀਦੇ ਨੇ ਘੱਟੋ ਘੱਟ ਆਤਮਾ ਨੂੰ ਪਹੁੰਚਣ ਲਈ। 1 ਸਕਿੰਟ ਚਾਹੀਦਾ, ਔਰ ਉਹ ਆਤਮਾ ਉਹ ਰੂਹ ਤੜਫਾਏਗੀ ਇਹੋ ਜਿਹੀਆਂ ਡੈਣਾਂ ਨੂੰ। ਸੱਚ ਕਹਿਣਾ ਪਿਆ ਮੈਂ, ਇਹੋ ਜਿਹੀਆਂ ਡੈਣਾਂ ਨੂੰ ਰਾਤ ਸੌਣ ਨਹੀਂ ਦੇਗੀ। ਔਰ ਇਹ ਕੱਪੜੇ ਪਾੜ ਕੇ ਸੜਕਾਂ ਤੇ ਨਾ ਤੁਰੀਆਂ ਫਿਰਨ ਤੇ ਮੇਰਾ ਨਾਂ ਵਟਾ ਦਿਓ। ਸਾਡੇ ਬਜ਼ੁਰਗਾਂ ਨੇ ਕਿਹਾ ਸੀ ਦੁਆ ਕਿਸੇ ਦੀ ਲੱਗੇ ਨਾ ਲੱਗੇ, ਬਦਦੁਆ ਜ਼ਰੂਰ ਲੱਗਦੀ ਆ, ਉਹ ਕਿਉਂਕਿ ਹੌਕੇ ਨਾਲ ਨਿਕਲਦੀ ਹੈ। ਔਰ ਉਹ ਹੌਕਾ ਜੇ ਚੀਨ ਦੀ ਦੀਵਾਰ 14 ਕਿਲੋਮੀਟਰ ਲੰਬੀ ਤੋੜ ਸਕਦਾ ਤੇ ਇਹ ਬਾਰਡਰ ਤੇ ਕੋਈ ਵੀ ਬਾਰਡਰ ਨਹੀਂ ਹੈ। ਸਰੀਰ ਲਈ ਬਾਰਡਰ ਨੇ, ਸਰੀਰ ਲਈ ਇਮੀਗ੍ਰੇਸ਼ਨ, ਸਰੀਰ ਲਈ ਸਭ ਕੁਝ ਹੈ, ਆਤਮਾ ਲਈ ਕੁਝ ਨਹੀਂ ਹੈ। ਡਰ ਜਾਓ, ਅੱਜ ਵੀ ਡਰ ਜਾਓ। ਕਿਹਦੇ ਲਈ ਇਕੱਠਾ ਕਰਦੇ ਪਏ ਜੇ ਤੁਸੀਂ ਪੈਸੇ ਇਕੱਠੇ ਕਰਨੇ ਤਾਂ ਕਿ ਕੋਠੇ ਤੇ ਜਾ ਕੇ ਬਹਿ ਜਾਓ, ਪੈਸੇ ਬੜੇ ਇਕੱਠੇ ਕਰਾ ਦਾਂਗੇ, ਕਰ ਲਓ। ਅੱਜ ਵੀ ਇਹੋ ਹੀ ਕਰਨ ਦੇ ਜੇ ਕੈਨੇਡਾ ਦੇ ਨਾਂ ਤੋਂ। ਹੋਰ ਕੀ ਕਰਦੇ ਪਏ ਨੇ ਮਾਂ ਪਿਓ? ਇਹਨਾਂ ਨੂੰ ਕੀੜੇ ਪੈਣੇ ਆ, ਪਲਾਸਟਿਕ ਦੇ ਪੈਣਗੇ ਜਿਹੜੇ ਕਦੀ ਨਿਕਲਣਗੇ ਵੀ ਨਹੀਂ। ਬਹੁਤ ਸਾਰੀ ਇਹੋ ਜਿਹੀਆਂ ਚੀਜ਼ਾਂ ਵੀ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲੀਆਂ, ਜਿੱਥੇ ਮੁੰਡੇ ਵਾਲਿਆਂ ਵੱਲੋਂ ਦੀ ਕਾਲ ਡਿਟੇਲਸ ਦਿੱਤੀਆਂ ਗਈਆਂ, ਕਾਲ ਰਿਕਾਰਡਿੰਗਸ ਦਿੱਤੀਆਂ ਗਈਆਂ, ਜਿਹਦੇ ਵਿੱਚ ਇਹ ਦੇਖਿਆ ਜਾ ਰਿਹਾ ਸੀ ਕਿ ਕੁੜੀ ਬਾਰ-ਬਾਰ ਕਾਲਸ ਰਿਜੈਕਟ ਕਰ ਰਹੀ ਸੀ। ਇਹ ਵੀ ਚੀਜ਼ ਕਿਉਂਕਿ ਉੱਥੇ ਦੇਖਦੇ ਨੇ ਵੀ ਆਪਸ ਦੇ ਵਿੱਚ ਕੁੜੀ ਤੇ ਮੁੰਡੇ ਦਾ ਰਿਸ਼ਤਾ ਕਿਸ ਤਰੀਕੇ ਦਾ ਸੀਗਾ, ਕਿੰਨੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ, ਕਿ ਇਹ ਵੀ ਸੀਗਾ ਵੀ ਇਸ ਕਰਕੇ ਵੀ ਕੁੜੀ ਹੋ ਸਕਦਾ ਫੋਨਾਂ 'ਚ। ਮੈਡਮ ਜੀ ਮੈਂ ਤੇ ਇਹ ਕਹਿਣਾ ਕਿ ਫੋਨ ਨੰਬਰ ਹੀ ਬਦਲ ਲੈਂਦੀਆਂ, ਕੰਟੈਕਟ ਖਤਮ ਕਰ ਲੈਂਦੀਆਂ। ਕੁੜੀ ਦੇ ਪਿਓ ਨੂੰ ਪੁੱਛੋ, ਕਹਿੰਦੇ ਸਾਡੇ ਨਾਲ ਤਾਂ ਗੱਲ ਨਹੀਂ ਹੁੰਦੀ। ਭੈਣ ਨੂੰ ਪੁੱਛੋ, ਸਾਡੇ ਨਾਲ ਗੱਲ ਨਹੀਂ ਹੁੰਦੀ। ਹਾਊ ਇਟ ਇਜ਼ ਪੋਸੀਬਲ? ਸਾਡੀ ਪੁਲਿਸ ਨਕੰਮੀ ਹੈ ਨਾ, ਕਰੇ ਸਾਈਬਰ ਕ੍ਰਾਈਮ ਨੂੰ ਇਨਵੋਲਵ, ਕਾਲ ਡਿਟੇਲਾਂ ਕੱਢੇ। WhatsApp ਦੀ ਕਾਲ ਵੀ ਆਉਂਦੀ ਹੈ, WhatsApp ਦੀ ਚੈਟ ਵੀ ਨਿਕਲ ਜਾਂਦੀ ਹੈ, WhatsApp ਤੇ ਕਿਹਦੇ ਨਾਲ ਤੁਸੀਂ ਗੱਲ ਕੀਤੀ, ਕੀ ਫੋਟੋ ਭੇਜੀ, ਉਹ ਵੀ ਨਿਕਲ ਆਉਂਦੀ ਹੈ। ਜੇ ਚਾਈਲਡ ਕ੍ਰਾਈਮ, ਪ੍ਰੋਨੋਗ੍ਰਾਫੀ ਦੀਆਂ ਵੀਡੀਓਜ਼ ਇਹ ਕੱਢ ਕੇ ਪਰਚਾ ਦਰਜ ਕਰ ਸਕਦੇ ਆ, ਕਿਆ ਤੁਹਾਡੀ ਮੇਰੀ ਚੈਟ ਕੱਢ ਕੇ ਪਰਚਾ ਨਹੀਂ ਦਰਜ ਕਰ ਸਕਦੇ? ਜੇ ਹਸਬੈਂਡ ਵਾਈਫ ਹਾਂ ਤੇ ਸਾਡਾ, ਮੈਂ ਹੁਣ ਕੀ ਕਵਾਂ, ਜਦੋਂ ਰਾਤ ਹੁੰਦੀ ਉੱਧਰ ਜਾਂ ਦਿਨ ਤੇ ਆਪਸ 'ਚ ਪਿਆਰ ਦਾ ਚੋਲ ਮੋਲ ਤੇ ਉਦੋਂ ਵੀ ਕਰਦੇ ਹਾਂ ਅਸੀਂ, ਆਪਣੀ ਵਾਈਫ ਨਾਲ ਕਰਦੇ ਹਾਂ ਜੇ 2 ਦਿਨ ਬਾਹਰ ਰਹੀਏ ਤੇ ਇਹ ਲੜਕੀਆਂ ਉੱਧਰੋਂ ਜਾ ਕੇ ਕਿਉਂ ਨਹੀਂ ਕਾਲ ਕਰਦੀਆਂ? ਕਿਉਂਕਿ ਉੱਥੇ ਕੋਈ ਹੋਰ ਲੱਭ ਲੈਂਦੀਆਂ, ਉੱਥੇ ਪੈਸੇ ਨਵੇਂ ਬਣਾਉਣੇ ਹੁੰਦੇ ਨੇ, ਕਈ ਕੁਝ ਕਰਦੀਆਂ ਨੇ। ਔਰ ਇੰਡੀਆ 'ਚ ਵੀ 2 ਵਿਆਹ ਕਰਾਏ ਹੁੰਦੇ ਨੇ, ਤੀਜਾ ਵਿਆਹ ਇੱਥੇ ਮੁੰਡੇ ਨਾਲ ਕਰਾ ਕੇ ਚੌਥਾ ਮੁੜ ਕੇ ਉੱਧਰ ਕਰਾਉਂਦੀਆਂ ਨੇ। ਡੋਲੀ ਕੀ ਡੋਲੀ, ਮੈਂ ਤੁਹਾਨੂੰ ਵਾਹ ਕਈ ਦਿਖਾ ਦਿੰਦਾ। ਅਮਰੀਕਾ ਦੀ ਜੇ ਗੱਲ ਕਰੀਏ ਤਾਂ ਕੁੜੀ ਦਾ ਅਮਰੀਕਾ ਦਾ ਵੀਜ਼ਾ ਵੀ ਲੱਗਿਆ ਹੋਇਆ ਸੀਗਾ। ਜੇ ਇਹ ਜਿਹੜਾ ਸੀਗਾ ਵੀਜ਼ਾ ਲੱਗਿਆ ਲੋਕਡਾਊਨ ਦੇ ਵਿੱਚ ਹੀ ਲੱਗਿਆ ਸੀ। ਕੁੜੀ ਵਾਰ-ਵਾਰ ਇਹ ਗੱਲ ਕਹਿੰਦੀ ਸੀਗੀ ਵੀ ਲੋਕਡਾਊਨ ਹੈ ਇਸ ਕਰਕੇ ਮੈਂ ਕੁਝ ਕਰ ਨਹੀਂ ਸਕਦੀ, ਲੋਕਡਾਊਨ ਹੈ ਇਸ ਕਰਕੇ ਫਾਈਲਾਂ ਨਹੀਂ ਲੱਗ ਰਹੀਆਂ, ਲੋਕਡਾਊਨ ਹੈ ਇਸ ਕਰਕੇ ਮੈਂ ਜਾ ਨਹੀਂ ਸਕਦੀ ਕੰਮ ਕਰਨ ਵਾਸਤੇ, ਸਾਰਾ ਕੁਝ ਬੰਦ ਪਿਆ। ਜੇ ਅਮਰੀਕਾ ਦਾ ਵੀਜ਼ਾ ਲੱਗ ਸਕਦਾ ਤਾਂ ਤੁਹਾਨੂੰ ਲੱਗਦਾ ਵੀ ਇਹ ਕੰਮ ਵੀ ਹੋ ਸਕਦਾ? ਮੈਡਮ ਜੀ ਫਿਰ ਮੈਂ ਉਹੀ ਗੱਲ ਕਹਿਣਾ, 3 ਮਹੀਨੇ ਚਾਹੀਦੇ ਸੀ, 3 ਮਹੀਨਾ 1 ਦਿਨ ਮੁੰਡੇ ਦਾ ਵੀਜ਼ਾ ਲਵਾਉਣ ਨੂੰ। ਨੀਅਤ ਚੰਗੀ ਹੁੰਦੀ ਤੇ ਵੀਜ਼ੇ ਖੁੱਲੇ ਸੀ। ਹਾਂ, ਟਰਾਂਸਪੋਰਟੇਸ਼ਨ ਬੰਦ ਸੀ, ਫਲਾਈਟਾਂ ਬੰਦ ਨੇ, ਬਟ ਕਾਗਜ਼ੀ ਕਾਰਵਾਈ ਚੱਲ ਰਹੀ ਸੀ। ਅਸੀਂ ਵੀ ਕੇਸ ਫਾਈਲ ਕੀਤੇ ਨੇ ਇਮੀਗ੍ਰੇਸ਼ਨ ਰਿਲੇਟਡ, ਅਸੀਂ ਵੀ ਮੈਟਰ ਲੈਂਦੇ ਹਾਂ, ਅੱਗੇ ਲੜਦੇ ਹਾਂ, ਔਰ ਅਸੀਂ ਇੰਟੀਮੇਸ਼ਨ ਭੇਜਦੇ ਹਾਂ। ਨੋ ਡਾਊਟ ਜਿੱਥੇ ਸਾਨੂੰ 15 ਦਿਨ ਬਾਅਦ ਜਵਾਬ ਆਉਂਦਾ ਸੀ, ਉਹ 2 ਮਹੀਨੇ ਬਾਅਦ ਆਉਂਦਾ ਪਿਆ। ਫਾਈਲ ਲੱਗਣ ਤੋਂ ਬਾਅਦ ਉੱਥੋਂ ਇੱਕ ਨੰਬਰ ਜਾਰੀ ਹੁੰਦਾ ਹੈ, ਉਹ ਨੰਬਰ ਜਾਰੀ ਕਰਕੇ ਭੇਜ ਸਕਦੀ, ਦੇਖ ਬਈ ਲਵ ਮੈਂ ਤੇਰੀ ਫਾਈਲ ਲਾਤੀ, ਆਹ ਨੰਬਰ ਮਿਲਿਆ, ਆਹ ਲੈ। ਔਰ ਅਗਲੀ ਗੱਲ ਦੱਸਦਾ, ਯੂਜ਼ਰ ਨੇਮ ਤੇ ਈਮੇਲ ਆਈਡੀ, ਯੂਜ਼ਰ ਨੇਮ ਤੇ ਪਾਸਵਰਡ ਮਿਲਦਾ। ਤੁਸੀਂ ਆਪਣੀ ਫਾਈਲ ਇੰਡੀਆ ਬੈਠੇ ਚੈੱਕ ਕਰ ਸਕਦੇ ਹੋ ਸਟੇਟਸ ਕਿੱਥੇ ਪਹੁੰਚਿਆ। ਪ੍ਰੋਪਰ ਗ੍ਰਾਫ ਹੈ, ਬੜਾ ਵਧੀਆ ਸਿਸਟਮ ਹੈ। ਤੁਹਾਨੂੰ ਜਿਵੇਂ ਪਾਸਪੋਰਟ ਦੀ ਅੱਜ ਕੱਲ੍ਹ ਤੁਹਾਡੇ SMS ਆਉਂਦਾ ਹੈ, ਤੁਹਾਨੂੰ ਜਿਵੇਂ ਡਿਟੇਲ ਆਉਂਦੀ ਹੈ, ਇਸੇ ਤਰ੍ਹਾਂ ਉਧਰਲੇ ਕੰਟਰੀ ਤੋਂ ਤੁਹਾਨੂੰ ਈਮੇਲ ਆਉਂਦੀ ਹੈ। ਮੈਂ ਜਿਵੇਂ ਸਰਟੀਫਿਕੇਟ ਅਸੀਂ ਜਿਹਨੂੰ ਆਪਾਂ ਵੈਸ ਕਹਿੰਦੇ ਹਾਂ, ਵੈਸ ਦਾ ਮਤਲਬ ਹੈ ਕਿ ਆਪਣੇ ਇੰਡੀਆ ਦੀ ਪੜ੍ਹਾਈ ਨੂੰ ਅਪਰੂਵ ਕਰਾਉਣਾ, ਟਰਾਂਸਕ੍ਰਿਪਸ਼ਨ ਕਰਾਉਣੀ। ਉੱਥੇ ਅਸੀਂ ਕੈਨੇਡਾ 'ਚ ਖਾਤਾ ਖੋਲ੍ਹਦੇ ਹਾਂ, ਉੱਥੇ ਸਰਟੀਫਿਕੇਟਾਂ ਦੀ ਵੈਸ ਕਰਾਉਣ ਲਈ ਉੱਥੇ ਡਿਟੇਲ ਭਰਦੇ ਹਾਂ। ਭਰਨ ਤੋਂ ਬਾਅਦ ਸਾਨੂੰ 15 ਦਿਨਾਂ 'ਚ ਇੱਕ ਮੇਲ ਆਉਂਦੀ ਹੈ ਕਿ ਨਵੀਂ ਲਾਅ 'ਚ ਚੇਂਜਿਸ ਕੀ ਆਈ ਹੈ, ਤੁਹਾਡੀ ਡਿਲੇ ਕਿੱਥੇ ਹੋ ਰਹੀ ਹੈ, ਨਵਾਂ ਕੀ ਹੋ ਗਿਆ। ਤਾਂ ਉਧਰ ਦੀ ਸਰਕਾਰ
ਬਿਲਕੁਲ ਟਾਈਮਲੀ ਤੁਹਾਨੂੰ ਸੁਨੇਹਾ ਦਿੰਦੀ ਹੈ ਔਰ ਤੁਹਾਡੇ ਪੋਰਟਲ ਨੂੰ ਹੈਂਡਲ ਕਰਨ ਲਈ ਤੁਹਾਨੂੰ ਯੂਜ਼ਰ ਨੇਮ ਪਾਸਵਰਡ ਦਿੰਦੀ ਹੈ ਕਿ ਤੁਸੀਂ ਆਪਣਾ ਸਟੇਟਸ ਵੇਖਦੇ ਰਹੋ ਕਿ ਤੁਹਾਡੀ 0 ਤੋਂ ਲੈ ਕੇ 10 ਤੱਕ ਫਾਈਲ ਪਹੁੰਚਣੀ ਸੀ, 1 ਤੇ ਹੈ, 2 ਤੇ ਹੈ, 3 ਤੇ ਹੈ, 4 ਤੇ ਹੈ, ਤੇ ਜਿਹਨੇ ਅਪਲਾਈ ਨਹੀਂ ਕੀਤੀ ਉਹ ਸਟੇਟਸ ਕੀ ਦੇਵੇ। ਜੇ ਰਿਜੈਕਸ਼ਨਸ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਹੋ ਜਿਹੇ ਕੇਸਿਸ ਵੀ ਸਾਹਮਣੇ ਆਉਂਦੇ ਨੇ ਜਿੱਥੇ ਵਾਈਫ ਫਾਈਲ ਤਾਂ ਲਗਾਉਂਦੀ ਹੈ ਪਰ ਰਿਜੈਕਸ਼ਨਸ ਦੇਖਣ ਨੂੰ ਮਿਲਦੀਆਂ ਨੇ, ਰਿਜੈਕਸ਼ਨ ਆ ਜਾਂਦੀ ਹੈ ਚਾਹੇ ਕਿਸੇ ਵੀ ਕਾਰਨ ਕਰਕੇ ਆਉਂਦੀ ਹੋਵੇ। ਕੀ ਕਾਰਨ ਹੋ ਸਕਦੇ ਨੇ ਇਹਨਾਂ ਰਿਜੈਕਸ਼ਨਸ? ਮੈਡਮ ਜਦੋਂ ਲੜਕੀ ਦੀ ਐਂਟਰੀ ਜੈਨੂਨ, ਲੜਕੇ ਦੇ ਚਾਹੇ +2 ਪੜ੍ਹਿਆ, ਚਾਹੇ 10ਵੀਂ ਪੜ੍ਹਿਆ, ਚਾਹੇ 8ਵੀਂ ਪੜ੍ਹਿਆ, ਉਹ ਜੈਨੂਨ ਪ੍ਰੋਪਰਟੀ ਔਰ ਫਾਈਨੈਂਸ਼ੀਅਲ ਜੈਨੂਨ, ਕੋਈ ਰਿਜੈਕਸ਼ਨ ਨਹੀਂ ਆਉਂਦੀ। ਮੈਂ ਹਸਬੈਂਡ ਹਾਂ, ਮੇਰੀ ਵਾਈਫ ਨੂੰ ਲਿਜਾਣਾ ਮੇਰਾ ਅਧਿਕਾਰ ਹੈ, ਕੌਨਸਟੀਟਿਊਸ਼ਨਲ ਰਾਈਟ ਹੈ, ਤੇ ਮੈਂ ਹੁਣ ਕੈਨੇਡਾ ਗਵਰਨਮੈਂਟ ਨੂੰ ਥੋੜ੍ਹੀ ਕਹਾਂਗਾ ਮੈਨੂੰ ਮੇਰੀ ਜਨਾਨੀ ਦਿਓ, ਨਵੀਂ ਜਨਾਨੀ ਥੋੜ੍ਹੀ ਦੇਣਗੇ, ਮੇਰੀ ਉਹਨੂੰ ਹੀ ਲੈ ਕੇ ਜਾਣਗੇ। ਉਹ ਲੂਲੀ ਹੈ, ਉਹ ਲੰਗੜੀ ਹੈ, ਉਹ ਕਾਣੀ ਹੈ, ਬਾਕੀ ਹੈ, ਕੈਂਸਰ ਪੇਸ਼ੈਂਟ ਹੈ, ਮੇਰੀ ਵਾਈਫ ਹੈ, ਮੇਰਾ ਰਾਈਟ ਹੈ ਉਹਨੂੰ ਲੈ ਕੇ ਜਾਣਾ। ਮੇਰੇ ਅੰਦਰ ਦਮ ਹੋਣਾ ਚਾਹੀਦਾ ਕਿ ਮੈਂ ਉਹਨੂੰ ਖੜਨਾ, ਮੇਰੀ ਨੀਤ ਹੋਣੀ ਚਾਹੀਦੀ ਹੈ। ਜਦੋਂ ਨੀਤ ਖਰਾਬ ਹੈ ਫਾਈਲ ਲਾਉਣ ਵਾਲੇ ਦੀ, ਰਿਜੈਕਸ਼ਨਾਂ 50 ਲੈ ਲਓ। ਤੁਸੀਂ ਈਵਨ, ਮੇਰਾ ਨਾਮ ਸੁਨੀਲ ਹੈ, SUNIL ਇੰਗਲਿਸ਼ 'ਚ, ਮੈਂ ਸਪੈਲਿੰਗ ਭਰ ਦੇਣਾ SUNEEL, ਕੈਨੇਡਾ ਦਾ ਮੇਰਾ ਵੀਜ਼ਾ ਰਿਜੈਕਟ ਹੋਏਗਾ ਕਿਉਂਕਿ ਉਹ ਇਹਨਾਂ ਨੂੰ 2 ਬੰਦੇ ਮੰਨਦੇ ਨੇ। ਸੋ ਜਦੋਂ ਆਪਾਂ ਇਹੋ ਜਿਹੀਆਂ ਬੇਵਕੂਫੀਆਂ ਕਰਦੇ ਹਾਂ ਜਾਣ ਕੇ ਕਿ ਸਾਡਾ ਇਹ ਮੁੰਡਾ ਆ ਨਾ ਸਕੇ ਜਾਂ ਸਾਡਾ ਸਪਾਊਸ ਆ ਨਾ ਸਕੇ, ਉਦੋਂ ਇਹ ਪਾਪ ਹੁੰਦੇ ਨੇ। ਅੱਜ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਸੀਗੇ ਜਿਹੜੇ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਦੇ ਕੇਸਿਸ ਵੀ ਕੁਝ ਇਦਾਂ ਦੇ ਹੀ ਸੀਗੇ, ਚਾਹੇ ਕੋਈ ਘਰ ਵਾਲੀ ਉੱਥੇ ਹੋਵੇ, ਚਾਹੇ ਕੋਈ ਘਰ ਵਾਲਾ ਕਿਸੇ ਦਾ ਉੱਥੇ ਹੋਵੇ, ਇੱਥੋਂ ਦੀ ਪੈਸੇ ਲਾ ਕੇ ਭੇਜ ਦਿੱਤਾ ਗਿਆ ਪਰ ਉੱਥੇ ਜਾ ਕੇ ਮੁੜ ਕੇ ਕੋਈ ਗੱਲ ਨਹੀਂ ਬਣੀ। ਉੱਥੇ ਜਾ ਕੇ ਕੁੜੀ ਫੋਨ ਚੱਕਣਾ ਬੰਦ ਕਰ ਜਾਂਦੀ ਹੈ, ਉੱਥੇ ਜਾ ਕੇ ਕੋਈ ਕਿਸੇ ਨੇ ਨੰਬਰ ਚੇਂਜ ਆਪਣਾ ਕਰ ਲਿਆ, ਕੋਈ ਕਹਿੰਦੀ ਹੈ ਵੀ ਤੂੰ ਮੇਰੀ ਫੀਸ ਨਹੀਂ ਭਰੀ ਹੈਗੀ ਇਸ ਕਰਕੇ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਹੈਗੀ। ਇੱਥੇ ਆਪਣੀ 1-1, 1.5 ਸਾਲ ਦੇ ਬੱਚੇ ਇੱਥੇ ਛੱਡ ਕੇ ਕੁੜੀਆਂ ਉੱਧਰ ਚਲੀ ਗਈਆਂ ਨੇ ਤੇ ਉੱਧਰ ਜਾ ਕੇ ਵਿਆਹ ਕਰਾ ਲੈਣੇ। ਇਹਨਾਂ ਕੇਸਾਂ ਨੂੰ ਠੱਲ ਕਿਵੇਂ ਪੈ ਸਕਦੀ? ਮੈਡਮ ਚੋਰ ਨੇ ਚੋਰੀ ਕਰੀ ਜਾਣੀ ਹੈ ਪਰ ਠੱਲ ਕਿੱਦਾਂ ਪੈ ਸਕਦੀ? ਅੱਜ ਮੈਂ ਮਨੀਸ਼ਾ ਮੈਡਮ ਨੂੰ ਵੀ ਇੱਕੋ ਗੱਲ ਕਹੀ, ਮੈਂ ਕਿਹਾ ਮੈਡਮ ਸਭ ਤੋਂ ਪਹਿਲਾਂ ਤੁਸੀਂ ਕਹਿੰਦੇ ਹੋ ਕਾਨੂੰਨ ਸੈਂਟਰ ਗਵਰਨਮੈਂਟ ਨੇ ਬਣਾਉਣਾ ਹੈ, ਇਹ ਗੱਲ ਗਲਤ ਹੈ। ਕਾਨੂੰਨ ਪੰਜਾਬ ਸਰਕਾਰ ਵੀ ਬਣਾ ਸਕਦੀ ਹੈ, ਪੰਜਾਬ ਵੀ ਇੱਕ ਪੂਰਾ ਸੂਬਾ ਹੈ, ਉਹਦੀ ਆਪਣੀ ਇੱਕ ਸਰਕਾਰ ਹੈ, ਉਹ ਸਵੇਰੇ ਮਤਾ ਪਾਸ ਕਰਕੇ ਬਿੱਲ ਬਣਾ ਸਕਦੀ ਹੈ ਤੇ ਸਵੇਰੇ ਐਕਟ ਬਣ ਸਕਦਾ। ਮੈਂ ਕਹਿੰਦਾ ਉਹਦੀ ਵੀ ਲੋੜ ਨਹੀਂ, ਐਕਟ ਆਲਰੇਡੀ ਬਣਿਆ ਪਿਆ। ਸਭ ਤੋਂ ਪਹਿਲਾਂ ਮੈਂ ਮੈਡਮ ਨੂੰ ਰਿਕੁਐਸਟ ਕੀਤੀ ਕਿ ਤੁਹਾਡੀ ਪਾਵਰ 'ਚ ਹੈ, ਇੱਕ ਚਿੱਠੀ ਲਿਖੋ ਸਾਰੀਆਂ ਅਖਬਾਰਾਂ 'ਚ, ਇੰਨੇ ਬੈਂਡ ਲਈ ਕੁੜੀ ਜਾਂ ਮੁੰਡੇ ਲਈ ਵਰ ਦੀ ਜਾਂ ਵਧੂ ਦੀ ਲੋੜ ਹੈ, ਉਹਦੇ ਤੇ ਸਭ ਤੋਂ ਪਹਿਲਾਂ ਬੈਨ ਲਾਓ। ਜਿਹੜਾ ਹਾਲੇ ਵੀ ਐਡ ਦਿੰਦਾ ਉਹਦੇ ਤੇ ਪਰਚਾ ਕਰੋ। ਇਹ ਵੀ ਵਿਆਹ ਹੋ ਰਿਹਾ ਕਿ ਸੌਦਾ ਹੋ ਰਿਹਾ? ਬਿਲਕੁਲ, ਬਹੁਤ ਸਾਰੀ ਇਹੋ ਜਿਹੀਆਂ ਮੈਂ ਕਿਹਾ ਭਰਿਆ ਪਿਆ ਅਖਬਾਰ ਹੁਣੇ ਕਰ ਦਿਓ, ਨਾਲ ਲਓ, ਫੜੋ ਜਿੰਨੇ ਮਰਜ਼ੀ ਅਖਬਾਰ ਲਵੋ ਮੇਰੇ ਕੋਲੋਂ ਇਸ਼ਤਿਹਾਰ, ਕਿਉਂਕਿ ਜਿਹੜੇ ਨੇ ਇਦਾਂ ਦੇ ਲੱਗਦੇ ਨੇ ਵੀ 6 ਬੈਂਡ ਆਏ ਹੋਏ ਨੇ ਤੇ ਸਾਨੂੰ ਪੈਸਾ ਲਾਉਣ ਵਾਸਤੇ। ਆਹ ਦੇਖੋ ਅਖਬਾਰ, ਇਹਦੇ ਵਿੱਚ ਆਇਆ, ਮੈਂ ਪੜ੍ਹ ਕੇ ਸੁਣਾਉਣਾ। ਪਹਿਲਾਂ ਵੀਰ ਨੂੰ ਜਰਾ ਇਹਦੀ ਫੋਟੋ ਖਿੱਚ ਲੈਣ ਦਿਓ। ਖਿੱਚੀ ਗਈ ਜੀ, ਤਾਂ ਉਹਦੇ ਵਿੱਚ ਲਿਖਿਆ ਕਿ ਇੰਨੇ ਬੈਂਡ ਲਈ, ਇੱਕ ਨਹੀਂ ਮੈਂ ਤੁਹਾਨੂੰ 20 ਦੀਆਂ 20 ਐਡਾਂ ਪੜ੍ਹ ਕੇ ਸੁਣਾ ਦਿੰਦਾ ਵੀ ਲਈ ਬੈਂਡ ਲਈ ਕੁੜੀ ਲਈ ਵਰ ਦੀ ਲੋੜ ਹੈ। ਜੱਟ ਸਿੱਖ ਸਿੱਧੂ 20 ਸਾਲ 5 ਫੁੱਟ 3 ਇੰਚ ਆਇਲਸ 5.5 ਬੈਂਡ ਨਿਊਜ਼ੀਲੈਂਡ ਅਪਲਾਈ ਲੜਕੀ ਲਈ ਖਰਚ ਕਰਨ ਵਾਲਾ ਲੜਕਾ ਚਾਹੀਦਾ ਹੈ। ਫ਼ੋਨ ਨੰਬਰ ਦਿੱਤਾ ਔਰ ਇਸ ਲੜਕੀ ਦਾ ਵੀ ਕੇਸ ਸੁਣਾਉਣਾ। ਇਹ ਲੜਕੀ ਦਾ ਵੀਜ਼ਾ ਪਹਿਲਾਂ ਲੱਗ ਗਿਆ ਨਵੰਬਰ 'ਚ ਔਰ ਜਦੋਂ ਵੇਖਿਆ ਕਿ ਮੇਰੇ ਕੋਲ ਪੈਸੇ ਨਹੀਂ, ਦਸੰਬਰ 15 ਨੂੰ ਐਡ ਕੱਢਦੇ ਨੇ, ਇੱਥੇ ਲਿਖੀ ਹੋਣੀ ਹੈ 20 ਦਸੰਬਰ ਨੂੰ, 20 ਦਸੰਬਰ 2015 ਨੂੰ ਐਡ ਕੱਢਦੇ ਨੇ ਕਿ ਹਾਂਜੀ 20 ਦਸੰਬਰ 2015 ਐਡ ਕੱਢ ਦਿਓ। ਫਿਰ ਅਸੀਂ ਜਦੋਂ ਦਸੰਬਰ 'ਚ, ਫਿਰ ਉਸ ਤੋਂ ਬਾਅਦ ਜਨਵਰੀ 'ਚ ਚਲੀ ਜਾਂਦੀ ਹੈ, ਕੁਆਰੀ ਦੱਸ ਕੇ ਜਾਂਦੀ ਹੈ ਕਿਸੇ ਤਰੀਕੇ। ਚਲੋ ਮੁੰਡੇ ਵਾਲੇ ਜ਼ੋਰ ਪਾਉਂਦੇ ਨੇ, ਇੱਕ ਕੁਆਰੀ ਤੋਂ ਬਾਅਦ ਇੰਡੀਆ ਫਿਰ ਵਾਪਸ ਆਉਂਦੀ ਹੈ, ਮੁੰਡੇ ਨਾਲ ਉਸੇ ਮੁੰਡੇ ਨਾਲ ਦੁਬਾਰਾ ਵਿਆਹ ਕਰਾਉਂਦੀ ਹੈ, ਦੁਬਾਰਾ ਉਹਦੇ ਕਾਗਜ਼ ਬਣਾਉਂਦੀ ਹੈ, ਫਿਰ ਜੋੜਦੀ ਹੈ ਤੇ ਫਿਰ ਵਾਪਸ ਚਲ ਜਾਂਦੀ ਹੈ ਤੇ ਉੱਥੇ ਜਾ ਕੇ ਜੋ ਵੀ ਘਪਲੇ ਕਰਦੀ ਹੈ। ਥਾਣੇ ਆ ਕੇ ਕਹਿੰਦੀ ਕਿ ਮੇਰੇ ਕੋਲ, ਮੈਂ ਤੇ ਆਪਣੇ ਪੈਸੇ ਲਾਏ ਨੇ, ਆ ਪਰ ਨੋਟ ਵੇਖ ਲਓ, ਆ ਫਲਾਣਾ ਵੇਖ ਲਓ, ਟਿਕਾਣਾ ਵੇਖ ਲਓ। ਮੈਂ 2 ਸਵਾਲ ਪੁੱਛੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ, ਮੈਂ ਕਿਹਾ ਵੀਰ ਜੀ ਆਪਾਂ ਇੱਕ ਕੰਮ ਕਰੀਏ, ਜੇ ਇਹਦੇ ਕੋਲ ਪੈਸੇ ਸੀ ਤੇ ਨਵੰਬਰ 'ਚ ਪੈਸੇ ਲਾ ਕੇ ਕਿਉਂ ਨਹੀਂ ਗਈ? ਫਿਰ ਇਹਨੇ ਜਨਵਰੀ ਦਾ ਇੰਤਜ਼ਾਰ ਕਿਉਂ ਕੀਤਾ? ਇਹਨੇ ਆਪਣੀ ਪੜ੍ਹਾਈ ਨੂੰ ਨਵੰਬਰ ਤੋਂ ਜਨਵਰੀ 'ਚ ਕਿਉਂ ਸ਼ਿਫਟ ਕਰਾਇਆ? ਦੂਜੀ ਗੱਲ, ਇਹਨੇ ਅਖਬਾਰ 'ਚ ਐਡ ਦਿੱਤੀ 20 ਦਸੰਬਰ ਨੂੰ। 20 ਦਸੰਬਰ ਤੋਂ ਪਹਿਲਾਂ ਇਹਨੂੰ ਕਹੋ ਵੀ ਕੋਈ ਆਪਣੇ ਬੈਂਕ 'ਚ ਖਾਤਾ ਵਿਖਾ ਦੇ, ਤੇਰੇ ਪੈਸੇ ਵਿਖਾ ਦੇ 20 ਦਸੰਬਰ ਤੋਂ ਪਹਿਲਾਂ ਤੇਰੇ ਖਾਤੇ 'ਚ ਕੋਈ ਪੈਸਾ ਹੈ, ਤੇਰੇ ਪਿਓ ਦੇ, ਤੇਰੀ ਮਾਂ ਦੇ, ਭੂਆ ਫੁੱਫੜ ਚਾਚੀ ਤਾਈ ਸਾਰਾ ਖਾਨਦਾਨ ਫਰੋਲ ਦੇ। ਤੇ 20 ਤਰੀਕ ਤੋਂ ਬਾਅਦ 21 ਤਰੀਕ ਨੂੰ ਮੈਂ ਆਪਣੇ ਕਲਾਇੰਟ ਦੇ ਖਾਤੇ 'ਚੋਂ ਪੈਸੇ ਨਿਕਲੇ ਤੇ ਇਹਦੇ ਖਾਤੇ 'ਚ ਜਮ੍ਹਾਂ, ਦੋਨੋਂ ਚੀਜ਼ਾਂ ਵਿਖਾ ਦਿੰਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਥੋੜ੍ਹੀ ਜਿਹੀ ਤੁਹਾਨੂੰ ਜ਼ੋਰ ਲਾਉਣਾ ਪੈਂਦਾ, ਸਮਝਾਉਣਾ ਪੈਂਦਾ। ਪਹਿਲਾਂ ਕੇਸ ਨੂੰ ਆਪ ਸਮਝੋ ਫਿਰ ਅੱਗੇ ਸਮਝੋ। ਮੈਂ ਤਾਂ ਪਹਿਲਾਂ ਚਾਹਾਂਗਾ ਵੀ ਇਹੋ ਜਿਹੇ ਰਿਸ਼ਤੇ ਕਰੋ ਹੀ ਨਾ, ਪਰ ਜੇ ਕਰ ਲਓ ਆਪਣੇ ਕਿਸੇ ਮਨ ਨਾਲ, ਲਾਲਚ ਨਾਲ, ਤੇ ਪੈਸਾ ਖਾਤੇ ਤੋਂ ਖਾਤਾ ਟ੍ਰਾਂਸਫਰ ਕਰੋ।
ਔਰ ਜਿਹੜਾ ਤੁਸੀਂ ਕੰਟਰੈਕਟ ਕਰਦੇ ਹੋ, ਇਕਰਾਰਨਾਮਾ ਲਿਖਦੇ ਹੋ, ਧਾਰਾ 30 ਕੰਟਰੈਕਟ ਐਕਟ ਮੁਤਾਬਕ ਉਹ ਗਲਤ ਹੈ, ਜਾਲੀ ਹੈ, ਵੈਲਿਡ ਨਹੀਂ ਮੰਨਿਆ ਜਾ ਸਕਦਾ। ਪਰ ਫਿਰ ਵੀ ਉਹਦੇ ਵਿੱਚ ਪਏ ਗਵਾਹ ਔਰ ਬਾਕੀ ਬੰਦੇ, ਮਤਲਬ ਗਵਾਹ ਵੀ ਉਹਦੇ 'ਚ ਠੋਕ ਕੇ ਪਾਓ ਤਾਂ ਕਿ ਜਦੋਂ ਪਰਚਾ ਕਰਾਉਣਾ ਹੋਵੇ ਤੇ ਬਰਾਬਰ ਦਾ ਠੋਕ ਕੇ ਪਰਚਾ ਹੋਵੇ, ਤਾਂ ਕਿ ਉਹਨਾਂ ਨੂੰ ਵੀ ਅਕਲ ਆਵੇ। ਮੈਂ ਇੱਕ ਵਿਚੋਲੇ ਨੇ ਕਰਾਇਆ ਸੀ ਜੀ ਇਹੋ ਜਿਹਾ ਇਕਰਾਰਨਾਮਾ, ਤੇ ਵਿਚੋਲਾ ਅੱਗੋਂ ਮੈਨੂੰ ਬੜਾ ਸੋਹਣਾ ਡਾਇਲੌਗ ਬੋਲਦਾ, ਕਹਿੰਦਾ ਅਸੀਂ ਵਿਆਹ ਕਰਾਇਆ ਸੀ, ਮੁੰਡਾ ਜੰਮਣ ਦੀ ਗਰੰਟੀ ਥੋੜੀ ਲਈ ਸੀ। ਤੇ ਮੈਂ ਕਿਹਾ ਸਰਦਾਰ ਜੀ ਧਿਆਨ ਨਾਲ ਆਪਣਾ ਇਕਰਾਰਨਾਮੇ ਦੇ ਸਾਈਨ ਪੜ੍ਹ ਲਓ, ਤੁਸੀਂ ਮੁੰਡਾ ਨਹੀਂ, ਮੁੰਡੇ ਦਾ ਵਿਆਹ ਕਰਾਉਣ ਦੀ ਵੀ ਗਰੰਟੀ ਲਿੱਤੀ ਹੈ। ਮੈਂ ਕਿਹਾ ਤੁਸੀਂ ਵੀ ਅੰਦਰ ਚੱਕੀ ਪੀਸਿੰਗ ਐਂਡ ਪੀਸਿੰਗ ਹੋਣਾ, ਚਿੰਤਾ ਨਾ ਕਰੋ। ਫਿਰ ਉਹਨੂੰ ਮਿਰਚ ਲੱਗੀ, ਫਿਰ ਦੌੜੇ ਪਿਆ। ਅੱਜ ਉਹ ਕਲਾਇੰਟ ਮਲੇਰਕੋਟਲੇ ਕੁੜੀ ਵਾਲਾ ਟੱਬਰ ਆ ਰਿਹਾ, ਉਸ ਲੜਕੀ ਨੇ ਵੀ, ਮੈਂ ਸਿੰਗਲ ਦੀ ਪੀਸੀ ਸੀ, ਉਹ ਵੀ ਤੁਹਾਨੂੰ ਕਾਗਜ਼ ਦਿਖਾਉਣਾ। ਹੁਣ ਉਹਦੇ ਤੇ ਪਰਚਾ ਹੋਣ ਲੱਗਾ। ਉਹਨੇ ਪੀਸੀਸੀ ਕਰਾਈ, ਕੈਨੇਡਾ ਤੋਂ ਉਹਦੀ ਪੀਸੀਸੀ ਆਈ, ਆਪਣੇ ਆਪ ਨੂੰ ਉਹਨੇ 'ਚ ਸਿੰਗਲ ਲਿਖਿਆ। ਉਸ ਤੋਂ ਬਾਅਦ ਨੈਕਸਟ ਦਿਖਾਉਣਾ, ਅਸੀਂ ਉਸ ਕੁੜੀ ਦੇ ਪੇਕਿਆਂ ਵਾਲੇ ਥਾਣੇ ਤੇ ਪੈਰਵਾਈ ਰੱਖੀ, ਇੱਥੇ ਲਿਖਾਇਆ ਪੀਵੀਓ ਰਿਮਾਰਕਸ, ਜਿੰਨੇ ਯਾਨੀ ਕਿ ਇਨਸਪੈਕਸ਼ਨ ਕੀਤੀ ਹੈ, ਐਪਲੀਕੈਂਟ ਮੈਰਿਡ ਬਟ ਮੈਂਸ਼ਨ ਇਨ ਪੀਪੀ ਫਰੋਮ ਸਿੰਗਲ, ਪੀਪੀ ਫਾਰਮ 'ਚ ਸਿੰਗਲ ਲਿਖਦੀ ਹੈ। ਫਿਰ ਉਸ ਤੋਂ ਬਾਅਦ ਉਹਦੀ ਇਹ ਨੈਗੇਟਿਵ ਹੁੰਦੀ ਇਨਕੁਆਇਰੀ, ਉਹਦੇ ਫਾਦਰ ਦਾ ਨਾਮ ਥੱਲੇ ਦਿੱਤਾ ਜਾਂਦਾ, ਤੇ ਆਪਾਂ ਉਹਦੇ ਤੇ 2 ਦਿਨਾਂ ਦਾ ਮੇਰਾ ਮਿਹਨਤ ਹੈ, ਫੋਰਨ ਦੀ ਤੇ ਇੰਡੀਆ ਦੀ ਗਵਰਨਮੈਂਟ ਤੱਕ ਅਸੀਂ ਇਹ ਸਾਰੀ ਕੰਪਲੇਂਟ ਪਾ ਚੁੱਕੇ ਹਾਂ, ਔਰ ਵਿਦਿਨ ਵੀਕ ਇਹਦੇ ਤੇ ਅਸਰ ਹੋਏਗਾ। ਕਮਿਸ਼ਨਰ ਪੁਲਿਸ ਨੂੰ ਥਰੂ WhatsApp, ਥਰੂ ਈਮੇਲਾਂ, ਮਤਲਬ ਕੋਈ ਮਹਿਕਮਾ ਹੀ ਨਹੀਂ ਛੱਡਿਆ ਜਿੱਥੇ ਅਸੀਂ ਮੇਲ ਨਹੀਂ ਪਾਈ। ਔਰ ਲਾਸਟ ਵਿੱਚ ਲਿਖਿਆ ਕਿ ਜੇ ਇਸ ਲੜਕੀ ਨੇ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਹੈ ਤੇ ਮੈਟਰੀਮੋਨੀਅਲ ਹੋਮ ਤੋਂ ਕਰਾਵੇ, ਪੇਕੇ ਵਾਲੇ ਘਰ ਤੋਂ ਕਿੱਦਾਂ ਕਰਾ ਸਕਦੀ ਹੈ, ਕਿਉਂਕਿ ਉਹਨੇ 'ਚ ਲਿਖਤਾ। ਤੇ ਇਹ ਫਰਾਡ ਇਹਨੇ ਕੀਤਾ ਤੇ ਪਰਚਾ ਕੀਤਾ ਜਾਵੇ, ਤੇ ਟੱਬਰ ਸਮੇਤ, ਇਹ ਟੱਬਰ ਦੇ ਨੰਬਰ ਨਾਲ ਦਿੱਤੇ ਨੇ। ਕਿਉਂ ਬਖਸ਼ਣਾ ਹੈ? ਸਾਡੇ ਮੁੰਡੇ ਮਰਦੇ ਪਏ ਨੇ ਤੇ ਇਹ ਲੋਕ ਉੱਥੇ ਕੈਨੇਡਾ ਜਾ ਕੇ ਮਤਲਬ ਠੰਡੀਆਂ ਹਵਾਵਾਂ ਖਾ ਲੈਣ, ਕਿੱਦਾਂ ਖਾਣ ਦਿਆਂਗੇ? ਇੰਨਾ ਵੀ ਸੌਖਾ ਨਹੀਂ। ਔਰ ਇਹਦੀ ਕਾਰਵਾਈ ਲਈ ਪ੍ਰੋਪਰ ਏਜੰਸੀਆਂ ਬਣੀਆਂ, ਜਿਨ੍ਹਾਂ ਨੂੰ ਆਪਾਂ ਦੇਖੋ, ਆਹ ਦੇਖੋ ਟੋਰਾਂਟੋ ਦੀ ਸਾਰੀ ਡਿਟੇਲ। ਫਿਰ ਅੱਗੇ ਆ ਜਾਓ, ਈਮੇਲਸ ਹਰ ਏਜੰਸੀ ਨੂੰ, ਅੱਗੋਂ ਪੰਜਾਬ ਪੁਲਿਸ, ਹਰ ਚੀਜ਼ ਹੀ ਇੰਟਰਨੈਟ ਤੇ ਅਵੇਲੇਬਲ ਹੈ, ਫਾਈਲ 'ਚ ਨਾਲ ਰੱਖੋ। ਜਿਹੜੇ ਥਾਣੇ 'ਚ ਵੀ ਆਪਾਂ ਜਾਣਾ ਹੈ, ਰੂਰਲ 'ਚ ਜਾਣਾ ਹੈ, ਉਹਦੇ 'ਚ ਜਾਣਾ ਹੈ। ਸੋ ਕਮਿਊਨੀਕੇਸ਼ਨ ਬੜੀ ਇੰਪੋਰਟੈਂਟ ਹੈ, ਸਹੀ ਤਰੀਕੇ ਸਹੀ ਟਾਈਮ ਤੇ ਕਰੋ। ਤੇ ਔਰ ਇਹਦੀ NRI ਕਮਿਸ਼ਨ 'ਚ ਵੀ ਕੰਪਲੇਂਟ ਚੱਲ ਗਈ, NRI ਕਮਿਸ਼ਨ ਨੇ ਵੀ ਕੋਗਨੀਜੈਂਸ ਲੈ ਲਈ ਹੈ, ਤੇ ਆਪਾਂ ਉਹਦੇ ਤੇ ਵੀ ਅੱਗੇ ਕਾਰਵਾਈ, ਮਤਲਬ ਇਹਦੀ ਕਾਰਵਾਈ ਨੂੰ ਤਰੀਕੇ ਨਾਲ ਲੜੋ। ਔਰ ਮੈਂ ਫਿਰ ਕਹਾਂਗਾ ਕਿ ਗਲਤ ਰਾਜੀਨਾਮਾ ਕਰਨ ਨਾਲੋਂ ਨਾ ਕਰੋ, ਚੰਗੇ ਰਹੋਗੇ। ਪਹਿਲਾਂ ਆਪਾਂ ਗਲਤ ਰਾਜੀਨਾਮਾ ਕਰਦੇ ਹਾਂ, ਫਿਰ ਕਹਿੰਦੇ ਹੋ ਵਕੀਲ ਸਾਹਿਬ ਇਹਨੂੰ ਠੀਕ ਕਰਾ ਦਿਓ। ਔਰ ਜਿਹੜੇ ਵੀ ਵਕੀਲ ਸਾਹਿਬ ਇੰਟਰਨੈਸ਼ਨਲ ਮੈਟਰ ਨੂੰ ਡੀਲ ਕਰਦੇ ਹੋਣ, ਉਹਨਾਂ ਨਾਲ ਸੰਪਰਕ ਜ਼ਰੂਰ ਕਰੋ। ਤੁਹਾਡੇ ਸ਼ਹਿਰ 'ਚ ਵੀ ਬੜੇ ਹੋਣਗੇ, ਪਰ ਇੰਟਰਨੈਸ਼ਨਲ ਮੈਟਰ ਦੀ ਸਮਝ ਰੱਖਦੇ ਹੋਣ, ਉਧਰ ਦੇ ਲਾਅ ਦੀ ਸਮਝ ਰੱਖਦੇ ਹੋਣ, ਇੰਡੀਆ ਦੇ ਲਾਅ ਦੀ ਸਮਝ ਰੱਖਦੇ ਹੋਣ। ਸੋ ਜਿਹੜਾ ਮੈਡਮ ਅੱਜ ਕਹਿ ਕੇ ਕਿ ਨਵਾਂ ਲਾਅ ਬਣਾਵਾਂਗੇ, ਮੇਰੇ ਮੁਤਾਬਕ ਨਵੇਂ ਲਾਅ ਦੀ ਲੋੜ ਨਹੀਂ ਹੈ। ਲਾਅ ਆਲਰੇਡੀ ਐਗਜ਼ਿਸਟ ਕਰਦਾ ਹੈ, ਸਿਰਫ ਉਹਦੇ ਤੇ ਰੋਕ ਤੇ ਉਹਦੇ ਤੇ ਵਿਜੀਲੈਂਟ ਹੋਣ ਦੀ ਲੋੜ ਹੈ ਟਾਈਮਲੀ। ਮੈਂ ਈਵਨ ਪੰਜਾਬ ਸਰਕਾਰ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਇੱਕ ਐਪ ਬਣਾਓ, ਜਿੰਨੇ ਵੀ ਫੋਰਨ ਦੀ ਕੁੜੀ ਨਾਲ ਜਾਂ ਮੁੰਡੇ ਨਾਲ ਵਿਆਹ ਕਰਨਾ, ਉਸ ਐਪ 'ਚ ਉਹਦੀ ਐਂਟਰੀ ਚੜ੍ਹੇ, ਔਰ ਉਸ ਐਪ ਤੋਂ ਈਵਨ ਉਹਨਾਂ ਦੀਆਂ ਪ੍ਰਾਪਰਟੀਆਂ ਚੜ੍ਹਨ, ਤਾਂ ਕਿ ਜਦੋਂ ਕੋਈ ਨਵਾਂ ਅੱਗੋਂ ਕਰਾਉਣਾ ਹੈ ਤੇ ਗੜਬੜ ਹੋਵੇ ਹੀ ਨਾ। ਪਰ ਫਿਰ ਵੀ ਜੇ ਸਾਡੇ ਭੈਣ ਭਰਾ ਨਹੀਂ ਕਰਾਉਣਾ ਚਾਹਣਗੇ ਤੇ ਆਪੇ ਫਸਣਗੇ। ਮਤਲਬ ਗੈਰ ਕਾਨੂੰਨੀ ਕੰਮ ਪਬਲਿਕ ਵੀ ਨਾ ਕਰੇ, ਕਾਨੂੰਨ ਉੱਥੇ ਹੀ ਹੈ, ਨੋ ਡਾਊਟ। ਪੁਲਿਸ ਜਾਂ ਹੋਰ ਮਹਿਕਮੇ, ਜਿਹੜੇ ਬੰਦੇ ਦਾ ਵੱਤਰ ਚੱਲਦਾ ਹੈ, ਉਹ ਮਤਲਬ ਕਲਾਇੰਟ ਨੂੰ ਫੋਨ ਕਰੋ ਨਾ, ਮਤਲਬ ਜਿਹਦੇ ਖਿਲਾਫ ਦਰਖਾਸਤ ਹੈ, ਉਹਦਾ ਫੋਨ ਬੰਦ ਹੁੰਦਿਆਂ, ਸਰ ਮੈਂ ਪ੍ਰਧਾਨ ਬੋਲਦਾ ਜੀ, ਮੈਂ ਚੇਅਰਮੈਨ ਬੋਲਦਾ ਜੀ, ਮੈਂ ਸਰਪੰਚ ਬੋਲਦਾ ਜੀ। ਇਹ ਵੀ ਵਿਕਾਊ ਹੋਏ ਪਏ ਨੇ, ਇਹ ਨਹੀਂ ਵੇਖਦੇ ਮਰਿਆਦਾ ਕੀ ਹੈ, ਕੰਮ ਕੀ ਹੈ, ਕਿਉਂ ਵਿੱਚ ਮਾਮੇ ਬਣਦੇ ਹੋ। ਕ੍ਰਾਈਮ ਹੋਇਆ, ਤੁਸੀਂ ਵਿੱਚ ਫੋਨ ਕਰਕੇ ਵਕੀਲ ਨੂੰ ਇਨਫਲੂਐਂਸ ਕਿਵੇਂ ਕਰ ਸਕਦੇ ਹੋ? ਮੈਂ ਤੁਹਾਡਾ ਕਲਾਇੰਟ, ਤੁਸੀਂ ਮੇਰੇ ਕਲਾਇੰਟ ਹੋ, ਮੈਂ ਤਾਂ ਤੁਹਾਡੀ ਸੁਣਨੀ ਹੈ। ਤੁਹਾਡੇ ਨਾਲ ਕਾਨੂੰਨ 'ਚ ਧੱਕਾ ਨਾ ਹੋ ਜੇ। ਮੈਂ ਤੁਹਾਨੂੰ ਪ੍ਰੋਟੈਕਟ ਨਹੀਂ ਕਰਨਾ, ਪਰ ਕਾਨੂੰਨ ਦੇ ਵਿੱਚ ਜਿਹੜੀ ਲਾਅ ਨੇ, ਜਿਹੜੀ ਉਹਦੇ ਵਿੱਚ ਸੈਕਸ਼ਨਜ਼ ਨੇ, ਉਹਨਾਂ ਨੂੰ ਨਜ਼ਰ 'ਚ ਰੱਖ ਕੇ ਤੁਹਾਡੇ ਨਾਲ ਧੱਕਾ ਨਾ ਹੋਵੇ। ਮੈਂ ਤਾਂ ਉਹਦਾ ਰਾਖਾ ਵਾਂ। ਪਰਚਾ ਹੋਣਾ ਨਹੀਂ ਹੋਣਾ, ਕੁੜੀ ਨੇ ਡਿਪੋਰਟ ਹੋਣਾ ਨਹੀਂ ਹੋਣਾ, ਅਸੀਂ ਉਹਦੇ ਪ੍ਰੋਸੀਜਰ 'ਤੇ ਚੱਲਣਾ। ਡਿਪੋਰਟ ਕਰਨ ਵਾਲੀ ਏਜੰਸੀ ਅਲੱਗ ਹੈ, ਇਮੀਗ੍ਰੇਸ਼ਨ ਵਾਲੀ ਏਜੰਸੀ ਅਲੱਗ ਹੈ। ਅਸੀਂ ਤਾਂ ਆਪਣੀ ਰਿਪਰੈਜ਼ੈਂਟੇਸ਼ਨਾਂ ਟਾਈਮ 'ਤੇ ਭੇਜਣੀ ਹੈ ਤੇ ਉਹਦੇ 'ਚ ਕੰਮ ਲੈਣਾ। ਜਿਵੇਂ ਕਿ ਗੱਲ ਇਹਨਾਂ ਨੇ ਦੱਸੀ ਹੈ ਕਿ
ਸੂਬਾ ਜਿਹੜਾ ਹੈ ਉਹ ਖੁਦ ਵੀ ਕਾਨੂੰਨ ਬਣਾ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਜਿਹੜਾ ਸੈਂਟਰ ਨੇ ਹੀ ਕਾਨੂੰਨ ਬਣਾ ਕੇ ਦੇਣਾ ਹੈ। ਤਾਂ ਪੰਜਾਬ ਦੇ ਜੇ ਸਰਕਾਰ ਚਾਹਵੇ ਤਾਂ ਉਹ ਖੁਦ ਵੀ ਕਾਨੂੰਨ ਬਣਾ ਸਕਦੀ ਹੈ, ਪਰ ਕਾਨੂੰਨ ਦੀ ਲੋੜ ਵੀ ਨਹੀਂ, ਸਿਰਫ ਪਹਿਰਾ ਦੇਣ ਦੀ ਲੋੜ ਹੈ ਕਾਨੂੰਨ ਤੇ, ਕਿਉਂਕਿ ਕਾਨੂੰਨ ਜਿਹੜੇ ਨੇ ਉਹ ਬਹੁਤ ਸਾਰੇ ਆਲਰੇਡੀ ਬਣੇ ਹੋਏ ਨੇ। ਪਰ ਜਿਹੜੀ ਦੂਸਰੀ ਪਾਰਟੀ ਸਟਰੋਂਗ ਹੁੰਦੀ ਹੈ, ਕੋਈ ਪੈਸਾ ਦੇ ਦਿੰਦਾ ਹੈ, ਕਿਸੇ ਨੂੰ ਕੋਈ ਰਿਸ਼ਤੇਦਾਰੀ ਨਿਕਲ ਆਉਂਦੀ ਹੈ, ਕੋਈ ਇਹੋ ਜਿਹੀਆਂ ਚੀਜ਼ਾਂ ਕਰਕੇ ਕੇਸ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਪਹਿਲਾਂ ਕਰਪਸ਼ਨ ਜਿਹੜੀ ਹੁੰਦੀ ਆ ਉਹਨੂੰ ਠੱਲ ਪਾਉਣੀ ਚਾਹੀਦੀ ਹੈ। ਇਹ ਸਾਰੀ ਚੀਜ਼ਾਂ ਨੂੰ ਜਦੋਂ ਠੱਲ ਪਊਗੀ ਤਾਂ ਕਾਨੂੰਨਾਂ ਦੇ ਉੱਤੇ ਵੀ ਪਹਿਰਾ ਦਿੱਤਾ ਜਾਊਗਾ। ਕਾਨੂੰਨ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਜਿਹੜੀ ਮਦਦ ਜਿਹੜੇ ਲੋਕ ਲੈ ਸਕਣਗੇ, ਕਿਉਂਕਿ ਕਾਨੂੰਨਾਂ ਦੀ ਆੜ ਦੇ ਵਿੱਚ ਇਸ ਵੇਲੇ ਕਰਪਸ਼ਨ ਜਦੋਂ ਚੱਲਦੀ ਹੈ, ਪੈਸਾ ਜਦੋਂ ਚੱਲਦਾ ਹੈ, ਰਿਸ਼ਤੇਦਾਰੀਆਂ ਜਦੋਂ ਚੱਲਦੀਆਂ ਨੇ, ਆਪਣੇ ਲਿੰਕ ਜਦੋਂ ਕੱਢ ਕੇ ਚਲਾਉਂਦੇ ਨੇ, ਤਾਂ ਉਦੋਂ ਕਾਨੂੰਨ ਵੀ ਫੇਲ ਹੋ ਜਾਂਦਾ ਹੈ। ਇਸੇ ਕਰਕੇ ਚਾਹੇ ਕਾਨੂੰਨ ਇਹਦੀ ਜਗ੍ਹਾ 100 ਕਾਨੂੰਨ ਹੋਰ ਬਣਾ ਲੈਣ, ਪਰ ਜਦੋਂ ਤੱਕ ਸਹੀ ਤਰੀਕੇ ਦੇ ਨਾਲ ਕਾਨੂੰਨ ਨੂੰ ਪ੍ਰਸ਼ਾਸਨ ਫੋਲੋ ਨਹੀਂ ਕਰਦਾ, ਉਦੋਂ ਤੱਕ ਕਾਨੂੰਨ ਬਣਾਇਆ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਮਨੀਸ਼ਾ ਗੁਲਾਟੀ ਜੀ ਜ਼ਰੂਰ ਕਹਿ ਕੇ ਗਏ ਨੇ ਵੀ ਅਸੀਂ ਕਾਨੂੰਨ ਬਣਾਵਾਂਗੇ। ਕਾਨੂੰਨ ਜਿਹੜਾ ਹੈ ਉਹਦੀ ਰਾਖੀ ਕਰਨਾ ਜ਼ਰੂਰੀ ਹੈ। ਕਾਨੂੰਨ ਬਣਾਉਣ ਨੂੰ 100 ਕਾਨੂੰਨ ਬਣ ਸਕਦੇ ਨੇ। ਕੁਝ ਕਹਿ ਰਹੇ? ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਪੰਜਾਬ ਸਰਕਾਰ ਨੂੰ ਇੱਕ ਇਨਵੀਟੇਸ਼ਨ ਦਿੰਦਾ, ਜੇ ਕਾਨੂੰਨ ਬਣਾਉਣਾ ਹੈ ਮੈਂ ਬਣਾ ਕੇ ਦੇ ਸਕਦਾ। ਮੈਂ ਲਾਅ ਗ੍ਰੈਜੂਏਟ ਹਾਂ, ਪੋਸਟ ਗ੍ਰੈਜੂਏਟ ਹਾਂ ਔਰ ਲਾਅ ਦੀ ਪ੍ਰੈਕਟਿਸ ਕਰਦਾ। ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਜੇ ਤੁਹਾਨੂੰ ਕਾਨੂੰਨ ਦੀ ਲੋੜ ਹੈ ਮੈਂ ਮਦਦ ਕਰਨ ਨੂੰ ਤਿਆਰ ਹਾਂ। ਮੈਂ ਬਣਾਉਣਾ ਤੁਹਾਡਾ ਐਕਟ, ਲਾਗੂ ਕਰੋ। ਔਰ ਮੈਂ ਇਹ ਵਾਅਦਾ ਕਰਦਾ ਜੇ ਉਹਨੂੰ ਇਮਾਨਦਾਰੀ ਨਾਲ ਲਾਗੂ ਕਰੋ। ਦੂਜਾ ਕੰਮ, ਪੰਜਾਬ ਪੁਲਿਸ ਨੂੰ ਪ੍ਰੋਪਰ ਟ੍ਰੇਨਿੰਗ ਦਿਓ, ਕਿੱਦਾਂ LOC ਕਿ ਅੱਛਾ ਇੱਕ ਹੋਰ ਗੱਲ ਦੱਸਾਂ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਪ੍ਰੋਗਰਾਮ ਦੇਖ ਰਹੇ ਆ, ਜਦੋਂ ਕਿਸੇ ਖਿਲਾਫ PO ਦੀ ਕਾਰਵਾਈ ਸ਼ੁਰੂ ਹੁੰਦੀ ਹੈ ਤੇ PO ਦੀ ਆਰਡਰ ਨਿਕਲ ਜਾਂਦੇ ਨੇ, ਉਸ ਵੇਲੇ ਇੱਕ ਹੋਰ ਪਰਚਾ, ਮੰਨ ਲਓ ਪਹਿਲਾ ਪਰਚਾ 420 'ਚ ਹੋਇਆ, PO ਹੋਣ ਦਾ ਪਰਚਾ ਵੀ ਦਰਜ ਹੁੰਦਾ ਜੇ। ਤੁਸੀਂ ਜਦੋਂ PO ਦੇ ਆਰਡਰ ਨਿਕਲ ਜਾਣ, ਤੁਸੀਂ ਉਹਦੀ ਕਾਰਵਾਈ ਕਰਕੇ ਪੰਜਾਬ ਪੁਲਿਸ ਨੂੰ ਪੁੱਛੋ ਜਾਂ ਕੋਰਟ 'ਚ ਐਪਲੀਕੇਸ਼ਨ ਦਿਓ ਵੀ ਪੰਜਾਬ ਪੁਲਿਸ ਨੇ ਇਹਦੇ ਤੇ PO ਦੀ ਕਾਰਵਾਈ ਤੋਂ ਬਾਅਦ PO ਦੀ FIR ਕਿਦੋਂ ਕੱਟੀ ਹੈ। ਔਰ PO ਦੀ ਕਾਰਵਾਈ ਜਦੋਂ ਹੋ ਜੇ, ਉਸ ਬੰਦੇ ਨੂੰ ਜ਼ਮਾਨਤ ਛੇਤੀ ਨਹੀਂ ਮਿਲਦੀ। ਤੁਸੀਂ PO ਦੇ ਪਰਚੇ ਦੀ ਡਿਮਾਂਡ ਕਰਨੀ ਹੈ ਪੰਜਾਬ ਪੁਲਿਸ ਕੋਲੋਂ ਜਦੋਂ ਵੀ PO ਦਾ ਪਰਚਾ ਹੋ ਜੇ। ਸੋ ਸਾਰੇ ਪ੍ਰੋਸੀਜਰਾਂ ਦੇ ਉੱਤੇ ਇੱਕ ਸਟੈਂਡਰਡ ਫਾਰਮੈਟ ਬਣਾਇਆ ਜਾ ਸਕਦਾ ਹੈ। ਔਰ ਕਾਰਵਾਈ ਜਦੋਂ ਚੰਗੀ ਪੱਧਰ ਤੇ ਹੋਏਗੀ, ਹੁੰਦਾ ਕੀ ਹੈ ਕਿ ਪੁਲਿਸ ਪਹਿਲਾਂ ਮੂੰਹ ਜ਼ਬਾਨੀ ਫੋਨ ਕਰਦੀ ਹੈ ਦੋਸ਼ੀ ਪਾਰਟੀ ਨੂੰ, ਜੀ ਸਾਡੇ ਘਰ ਭੂਆ ਬਿਮਾਰ ਹੋ ਗਈ ਹੈ, ਸਾਡੇ ਫੁੱਫੜ ਦੇ ਪੈਰ ਨੂੰ ਸੱਟ ਲੱਗ ਗਈ ਹੈ, ਜਨਾਨੀ ਮੇਰੀ ਦੇ ਢਿੱਡ 'ਚ ਪੀੜ ਹੁੰਦੀ ਪਈ ਆ, ਫਲਾਣਾ ਹੋ ਗਿਆ, ਟਿਕਾਣਾ ਹੋ ਗਿਆ। ਝੂਠ ਸੱਚ ਬੋਲ ਕੇ ਉਹ ਟਾਈਮ ਲੈ ਜਾਂਦੇ ਆ, 10-15 ਦਿਨ ਦਾ ਟਾਈਮ ਕਢਾਉਂਦੇ ਨੇ। ਫਿਰ ਪੁਲਿਸ ਨੂੰ ਚੇਤੇ ਆਉਂਦਾ ਕਿ ਕੋਈ ਪਰਵਾਨਾ ਹੀ ਭੇਜ ਦਈਏ। ਫਿਰ ਉਹ ਪਰਵਾਨੇ ਲਈ ਬੰਦਾ ਜਾਂਦਾ ਤੇ ਪਰਵਾਨਾ 'ਤੇ ਲਿਖਿਆ ਆ ਜਾਂਦਾ ਜੀ ਘਰ ਕੋਈ ਨਹੀਂ ਮਿਲਿਆ। ਯਾਰ ਪਿੰਡ ਦਾ ਘਰ ਹੋਵੇ, ਘਰ ਕੋਈ ਨਾ ਮਿਲੇ। ਪਿੰਡਾਂ ਦੇ ਘਰਾਂ ਨੂੰ ਤਾਂ ਦਰਵਾਜ਼ੇ ਹੀ ਨਹੀਂ ਸਾਡਿਆਂ ਨੂੰ, ਅਸੀਂ ਤਾਂ ਖੁੱਲ੍ਹੇ ਛੱਡ ਕੇ ਜਾਂਦੇ ਹਾਂ ਕਿ ਪਿੱਛੋਂ ਕੋਈ ਪ੍ਰਾਹੁਣਾ ਆ ਜਾਏ ਤੇ ਆ ਕੇ ਕੁਰਸੀ ਢਾਹ ਕੇ ਬਹਿ ਜਾਏ। ਇਹ ਝੂਠ ਬੋਲਣਾ ਆ ਕੇ ਮੁੜ ਕੇ ਮੁਲਾਜ਼ਮਾਂ ਦਾ। ਫਿਰ 15-20 ਦਿਨ ਲੰਘ ਜਾਂਦੇ, ਉਨੀ ਦੇਰ 'ਚ ਜਿਹਨੇ ਸ਼ਿਕਾਇਤ ਕੀਤੀ ਹੁੰਦੀ ਕਹਿੰਦਾ ਮੈਂ ਕਿਤੇ ਫਸ ਗਿਆ। ਸੋ ਇਫੈਕਟਿਵਿਟੀ ਵੱਧ ਸਕਦੀ ਹੈ। ਔਰ ਪੰਜਾਬ ਪੁਲਿਸ ਕਈ ਵਾਰੀ ਜਿਹੜੀ ਫੋਰਨ 'ਚ ਲੜਕੀ ਬੈਠੀ ਉਹਦਾ ਈਮੇਲ ID WhatsApp ਨੰਬਰ ਹੁੰਦਾ, ਉਹਨੂੰ ਪਰਵਾਨਾ WhatsApp 'ਤੇ ਨੋਟ ਕਰਾ ਸਕਦੀ, ਕਿਉਂ ਨਹੀਂ ਕਰਾਉਂਦੀ ਸੇਮ ਡੇ। ਔਰ ਅਗਲੀ ਗੱਲ, 3 ਪਰਵਾਨੇ ਦੇਣੇ ਹੁੰਦੇ ਆ ਜੀ ਦੋਸ਼ੀ ਨੂੰ, ਔਰ 3 ਪਰਵਾਨੇ ਦੇਣ ਦੇ ਦੌਰਾਨ ਸੈਕਸ਼ਨ 91 ਦੀ ਪਾਵਰ ਹੈ ਪੰਜਾਬ ਪੁਲਿਸ ਕੋਲ ਕਿ ਜਿਹੜਾ ਹੀ ਮਰਜ਼ੀ ਐਵੀਡੈਂਸ ਜਿਹੜੇ ਮਰਜ਼ੀ ਮਹਿਕਮੇ ਤੋਂ ਮੰਗਾ ਸਕਦੀ ਹੈ। ਸੈਕਸ਼ਨ 91 CRPC ਪੜ੍ਹ ਲਓ। ਔਰ ਉਸ ਤੋਂ ਬਾਅਦ ਉਹ ਪਰਚਾ ਦਰਜ ਕਰ ਸਕਦੀ ਹੈ ਜਦੋਂ ਕੋਈ 3 ਆਵੇ। ਵੱਧ ਤੋਂ ਵੱਧ ਲਾਲ ਪਰਵਾਨਾ ਆਖਰੀ ਜਾਰੀ ਕਰਨਾ ਹੁੰਦਾ ਕਿ ਜਦੋਂ ਲਾਲ ਪਰਵਾਨੇ 'ਤੇ ਵੀ ਕੋਈ ਨਾ ਆਇਆ ਵੀ ਆਖਰੀ ਮੌਕੇ ਵਾਲਾ, ਉਸ ਤੋਂ ਬਾਅਦ DSP ਸਾਹਿਬ ਦੇ ਹੁਕਮ ਨਾਲ ਪਰਚਾ ਦਰਜ ਇਮੀਡੀਏਟ ਹੋ ਸਕਦਾ, ਕਿਸੇ ਹੋਰ ਚੀਜ਼ ਦੀ ਲੋੜ ਨਹੀਂ। ਔਰ ਪਰਚਾ ਦਰਜ ਕਰਕੇ ਜੋ ਉਹਦੀ ਕਾਰਵਾਈ ਹੈ ਬਣ ਸਕਦੀ ਹੈ ਜੀ। ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੇ ਸੁਨੀਲ ਮੱਲਨ ਜੀ ਨੇ ਦੱਸੀਆਂ ਨੇ, ਬਹੁਤ ਸਾਰੇ ਇਹੋ ਜਿਹੇ ਤਰੀਕੇ ਦੱਸੇ ਨੇ ਜਿਹੜੀਆਂ ਛੋਟੀਆਂ ਚੀਜ਼ਾਂ ਨਹੀਂ ਪਤਾ ਹੁੰਦੀਆਂ, ਛੋਟੀਆਂ ਜਿਹੜੀਆਂ ਕਾਰਵਾਈਆਂ ਨੇ ਕਿਸ ਤਰੀਕੇ ਦੇ ਨਾਲ ਕਰਨੀਆਂ ਨੇ, ਕਿਹੜਾ ਪਰਚਾ ਕਰਾਉਣਾ ਹੈ, ਕਦੋਂ FIR ਕਰਾਉਣੀ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਸਾਰੀ ਡਿਟੇਲਾਂ ਕਢਾ ਸਕਦੇ ਹੋ, ਉਹ ਸਾਰੀਆਂ ਚੀਜ਼ਾਂ ਛੋਟੀਆਂ ਸੁਨੀਲ ਮੱਲਨ ਜੀ ਨੇ ਆਪਣੇ ਸ਼ੋਅ ਦੇ ਵਿੱਚ ਦੱਸੀਆਂ ਨੇ। ਉਮੀਦ ਕਰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਸੁਣ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਵੀ ਕਰੋਗੇ। ਉਹਨਾਂ ਨੇ ਪਹਿਲਾਂ ਹੀ ਕਿਹਾ ਵੈਸੇ ਤਾਂ ਇਹੋ ਜਿਹੇ ਰਿਸ਼ਤੇ ਜਿਹੜੇ ਨਹੀਂ ਕਰਨੇ ਚਾਹੀਦੇ, ਪਰ ਜੇ ਇਹੋ ਜਿਹੇ ਰਿਸ਼ਤੇ ਤੁਸੀਂ ਕਰਦੇ ਵੀ ਹੋ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਕਿਹੜੀਆਂ ਚੀਜ਼ਾਂ ਤੁਹਾਨੂੰ ਧਿਆਨ 'ਚ ਰੱਖ ਕੇ ਕੰਮ ਕਰਨੇ ਚਾਹੀਦੇ ਨੇ। ਇਹ ਸਾਰੀਆਂ ਚੀਜ਼ਾਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਇਹੋ ਜਿਹੇ ਮਾਮਲੇ ਨਹੀਂ ਸਾਹਮਣੇ ਆਉਣਗੇ। ਇਹ ਸਾਰੀਆਂ ਚੀਜ਼ਾਂ ਦਾ ਕਿਉਂਕਿ ਜੇ ਧਿਆਨ ਰੱਖਿਆ ਜਾਏਗਾ ਤਾਂ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੋ ਸਕੇਗੀ, ਇਨਸਾਫ ਜਿਹੜਾ ਉਹ ਹਰ ਇੱਕ ਨੂੰ ਜ਼ਰੂਰ ਮਿਲੇਗਾ। ਤੁਸੀਂ ਜੁੜੇ ਰਹੋ ਵਿਜ਼ਨ ਪੰਜਾਬ TV ਦੇ ਨਾਲ। ਕੈਮਰਾਮੈਨ ਡਿੰਪੀ ਡੋਗਰਾ ਦੇ ਨਾਲ ਮੈਂ ਅਨੁਕੜਾ। ਸਤਿ ਸ਼੍ਰੀ ਅਕਾਲ।